ਵਿਰਸਾ ਲਾਈਵ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਗੁਰਨੇਕ ਪੱਟੀ ਪ੍ਰੋਗਰਾਮ ਲੈ ਕੇ ਆਇਆ ਰੰਗ ਪੰਜਾਬ ਦੇ। ਰੰਗ ਪੰਜਾਬ ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਅਸੀਂ ਵੱਖ-ਵੱਖ ਵਿਸ਼ਿਆਂ ਦੇ ਮਾਹਰਾਂ ਨਾਲ ਮਿਲਾਉਂਦੇ ਹਾਂ। ਉਸੇ ਲੜੀ ਦੇ ਵਿੱਚ ਸਾਡੇ ਵਿੱਚ ਅੱਜ ਆਏ ਨੇ ਸ਼੍ਰੀ ਅਨਿਲ ਭਾਰਤੀ ਜੀ, ਜੋ ਕਿ ਇੱਕ ਇੰਟਰਨੈਸ਼ਨਲ ਐਜੂਕੇਸ਼ਨਿਸਟ ਔਰ ਰਾਈਟਰ ਹਨ ਔਰ ਆਪਣੇ ਵਿਸ਼ੇ ਦੇ ਮਾਹਰ ਹਨ। ਅੱਜ ਤੁਹਾਨੂੰ ਉਹਨਾਂ ਨਾਲ ਮਿਲਾਵਾਂਗੇ। ਭਾਰਤੀ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮੈਂ ਵੀ ਇਸ ਚੈਨਲ ਦਾ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਅੱਜ ਤੁਸੀਂ ਮੈਨੂੰ ਇੱਥੇ ਆਮੰਤਰਿਤ ਕੀਤਾ। ਤੇ ਸਾਡੇ ਵਾਸਤੇ ਤਾਂ ਇਹ ਚੈਨਲ ਦਾ ਨਾਮ ਹੀ ਵਿਰਸਾ ਹੈ ਔਰ ਆਪਣੇ ਵਿਰਸੇ ਨੂੰ ਸਦਾ ਸੰਭਾਲ ਕੇ ਰੱਖਣਾ ਚਾਹੀਦਾ ਹੈ। ਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਆਪਣੇ ਵਿਰਸੇ ਨੂੰ ਸੰਭਾਲ ਰਹੇ ਹੋ ਔਰ ਜਨਤਾ ਤੱਕ ਜਨ ਤੱਕ ਪਹੁੰਚਾ ਰਹੇ ਹੋ। ਬਹੁਤ-ਬਹੁਤ ਧੰਨਵਾਦ। ਵੈਸੇ ਤਾਂ ਭਾਰਤੀ ਜੀ ਕਿਸੇ ਇੰਟਰੋਡਕਸ਼ਨ ਦੇ ਮੁਹਤਾਜ ਨਹੀਂ, ਪਰ ਮੈਂ ਦੱਸ ਦਿਆਂ ਕਿ ਆਪ ਜੀ ਇੱਕ SS ਟੀਚਰ ਹਨ। ਪਰ ਕਮਾਲ ਦੀ ਗੱਲ ਇਹ ਹੈ ਕਿ ਇੱਕ ਸਮਾਜਿਕ ਸਿੱਖਿਆ ਦੇ ਟੀਚਰ ਹੋਣ ਦੇ ਨਾਲ ਇਹ ਭਾਸ਼ਾ ਨਾਲ ਵੀ ਜੁੜੇ ਹੋਏ ਨੇ। ਭਾਸ਼ਾ ਵੀ ਇੱਕ ਨਹੀਂ, ਦੋ ਨਹੀਂ, ਤਿੰਨ ਭਾਸ਼ਾ, ਚਾਰ ਭਾਸ਼ਾ ਨਾਲ ਜੁੜੇ ਹੋਏ ਨੇ। ਔਰ ਇਹਨਾਂ ਨੇ ਇੱਕੋ ਸਮੇਂ ਦੇ ਤਿੰਨ ਭਾਸ਼ਾ ਨੂੰ ਕਿਵੇਂ ਸਿੱਖਿਆ ਜਾ ਸਕਦਾ ਹੈ, ਉਸ ਪੱਧਤੀ 'ਤੇ ਬਹੁਤ ਲੰਮੇ ਸਮੇਂ ਤੋਂ ਕੰਮ ਕਰ ਰਹੇ ਨੇ। ਸੋ ਅੱਜ ਆਪਾਂ ਜਾਣਾਂਗੇ ਕਿ ਇੱਕੋ ਬੰਦਾ ਇੱਕੋ ਸਮੇਂ 'ਤੇ ਤਿੰਨ ਭਾਸ਼ਾ ਕਿਵੇਂ ਚੰਗੀ ਤਰ੍ਹਾਂ ਸਿੱਖ ਸਕਦਾ। ਸੋ ਭਾਰਤੀ ਜੀ, ਤੁਹਾਡਾ ਇਹ ਉਪਰਾਲਾ ਬਹੁਤ ਵਧੀਆ ਹੈ, ਬਹੁਤ ਵੱਡਾ ਉਦਮ ਹੈ ਤੁਹਾਡਾ। ਜਦੋਂ ਕਿ ਆਪ ਜੀ ਇੱਕ SS ਟੀਚਰ ਹੋ, ਪਰ ਤੁਸੀਂ ਭਾਸ਼ਾ ਵੱਲ ਕਿਵੇਂ ਮੁੜੇ? ਐਸਾ ਹੈ ਜੀ ਕਿ ਜਿਵੇਂ ਕਿ ਮੇਰਾ ਨਾਮ ਅਨਿਲ ਭਾਰਤੀ ਹੈ ਜੀ, ਤਾਂ ਮੈਂ ਆਪਣੇ ਦੇਸ਼ ਨੂੰ, ਭਾਰਤ ਨੂੰ ਬਹੁਤ ਪਿਆਰ ਕਰਦਾ ਔਰ ਮੈਂ ਆਪਣੇ ਕਿਸੇ ਜਾਤੀ ਜਾਂ ਧਰਮ ਤੋਂ ਵੀ ਉੱਪਰ ਉੱਠ ਕੇ, ਮੇਰੇ ਵਾਸਤੇ ਮੇਰੀ ਦੇਸ਼ ਭਗਤੀ ਹੀ ਮੇਰਾ ਧਰਮ ਹੈ ਜੀ। ਤਾਂ ਆਪਣਾ ਭਾਰਤ ਜਿਹੜਾ ਹੈਗਾ ਉਸ ਦੇ ਵਿੱਚ ਇੰਨੇ ਸਾਰੇ ਸਟੇਟਸ ਨੇ, ਕੇਂਦਰ ਸ਼ਾਸਿਤ ਪ੍ਰਦੇਸ਼ ਨੇ, ਉਹ ਸਾਰਿਆਂ ਦੀਆਂ ਅਲੱਗ-ਅਲੱਗ ਭਾਸ਼ਾਵਾਂ ਨੇ ਜੀ। ਮੈਂ ਸ਼ੁਰੂ ਤੋਂ ਹੀ ਇਹ ਸੋਚਦਾ ਹੁੰਦਾ ਸੀਗਾ ਕਿ ਜੇ ਸਾਡੇ ਸਾਰੇ ਦੇ ਸਾਰੇ ਦੇਸ਼ ਵਾਸੀ ਇੱਕ ਦੂਸਰੇ ਦੀ ਭਾਸ਼ਾ ਨੂੰ ਜਾਣਦੇ ਹੋਣ, ਸਮਝਦੇ ਹੋਣ, ਤਾਂ ਜਿਹੜਾ ਕਲਚਰ ਹੈ ਉਸ ਦੀ ਵੀ ਐਕਸਚੇਂਜ ਹੋ ਜਾਏਗਾ ਔਰ ਉਹ ਕਲਚਰ ਨੂੰ ਡਿਵੈਲਪ ਕਰਨ 'ਚ ਬੜੀ ਮਦਦ ਮਿਲੇਗੀ ਔਰ ਕਾਰੋਬਾਰ ਨੂੰ ਵਧਾਉਣ 'ਚ ਵੀ ਮਦਦ ਮਿਲੇਗੀ ਜਦੋਂ ਅਸੀਂ ਇੱਕ ਦੂਏ ਨੂੰ ਚੰਗੀ ਤਰ੍ਹਾਂ ਸਮਝ ਸਕਾਂਗੇ। ਤੋ ਇਹ ਹੈ ਵੀ ਤੁਸੀਂ ਜਦੋਂ ਇਹ ਇੱਕੋ ਵੇਲੇ ਤਿੰਨ ਭਾਸ਼ਾਵਾਂ ਦਾ ਸੁਮੇਲ ਕਰਕੇ ਇਹਨਾਂ ਨੂੰ ਸਿੱਖਣ ਦਾ ਜੋ ਬੀੜਾ ਚੁੱਕਿਆ, ਜਿਹੜੀ ਬੁੱਕ ਤੁਹਾਡੀ ਬਹੁਤ ਵਧੀਆ ਛਪੀ ਹੈ, ਜਿਹੜੀ ਇੰਟਰਨੈਸ਼ਨਲ ਤੱਕ ਵੀ ਮਸ਼ਹੂਰ ਹੈ, 3 in 1 ਮੈਜਿਕ, ਜਿਹੜੀ ਕਿ ਮੈਂ ਦਿਖਾ ਵੀ ਸਕਦਾ। ਤੇ ਇਹ 3 in 1 ਮੈਜਿਕ ਕਿਤਾਬ ਲਿਖਣਾ ਹੀ ਇੱਕ ਬਹੁਤ ਵੱਡਾ ਚੈਲੰਜ ਸੀ। ਇਸ ਨੂੰ ਬਹੁਤ ਮਿਹਨਤ ਦੀ ਲੋੜ ਸੀ। ਪਹਿਲੀ ਗੱਲ ਤਾਂ ਵੱਡਾ ਸਵਾਲ ਇਹੀ ਆ ਵੀ ਇਹ ਜਿਹੜਾ SS ਟੀਚਰ ਹੁੰਦੇ ਹੋਏ ਵੀ ਭਾਸ਼ਾ ਦੀ ਜਿਹੜੀ ਕਿਤਾਬ ਲਿਖਣ ਦੇ ਵੱਲ ਤੁਹਾਡਾ ਇੱਕ ਭਾਸ਼ਾ ਨੂੰ ਪ੍ਰਫੁੱਲਤ ਕਰਨ ਵਿੱਚ ਕਿਵੇਂ ਮਤਲਬ ਤੁਸੀਂ ਆਏ ਤੇ ਇਹਦੇ 'ਚ ਕਿਵੇਂ ਤੁਸੀਂ ਮਿਹਨਤ ਕੀਤੀ? ਇਹ ਐਸਾ ਹੈ ਜੀ, ਮੈਂ ਇੱਕ ਪੱਧਤੀ ਤਿਆਰ ਕੀਤੀ ਜਿਸ ਨੂੰ ਮੈਂ ਨਾਮ ਦਿੱਤਾ TCKD ਸਿਸਟਮ। ਓਕੇ, ਇਹ ਉਸ ਦੀ ਪਹਿਲੀ ਕਿਤਾਬ ਹੈ ਜੀ, ਜਿਹੜੀ ਕਿ TCKD ਸਿਸਟਮ ਮਤਲਬ ਟ੍ਰਾਈਲਿੰਗੁਅਲ ਕੰਪੈਰੀਟਿਵ ਨੌਲੇਜ ਡਿਵੈਲਪਿੰਗ ਸਿਸਟਮ। ਓਕੇ, ਇਹ ਸਿਸਟਮ ਜੋ ਮੈਂ ਡਿਵੈਲਪ ਕੀਤਾ, ਇਸ ਦੇ ਵਿੱਚ 3 ਭਾਸ਼ਾਵਾਂ ਨੂੰ ਇੱਕੋ ਸਮੇਂ ਦੇ ਵਿੱਚ ਹੀ ਕੋਈ ਵੀ ਇਨਸਾਨ ਜਿਹੜਾ ਹੈਗਾ ਉਹ ਸਿੱਖ ਸਕਦਾ। ਬਿਲਕੁਲ। ਤਾਂ ਮੇਨਲੀ ਕਿਆ ਹੈ, ਮੈਂ ਪੰਜਾਬੀ ਹਾਂ ਜੀ, ਮੈਨੂੰ ਆਪਣੀ ਪੰਜਾਬੀ ਦੇ ਨਾਲ ਬਹੁਤ ਪਿਆਰ ਹੈ। ਬਿਲਕੁਲ। ਔਰ ਮੇਰਾ ਇੱਕ ਸੁਪਨਾ ਹੈ ਕਿ ਦੁਨੀਆ ਦੇ ਹਰ ਹਿੱਸੇ ਦੇ ਵਿੱਚ ਪੰਜਾਬੀ ਜਿਹੜੀ ਹੈਗੀ ਲੋਕੀ ਜਾਣਨ, ਸਮਝਣ, ਪੜ੍ਹਨ, ਲਿਖਣ। ਤਾਂ ਦੂਸਰੀ ਗੱਲ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਮੈਂ ਭਾਰਤੀ ਹਾਂ ਜੀ, ਤਾਂ ਭਾਰਤੀ ਹੋਣ ਦੇ ਨਾਤੇ ਮੇਰੀ ਜਿਹੜੀ ਰਾਸ਼ਟਰ ਭਾਸ਼ਾ ਹੈਗੀ ਹੈ ਹਿੰਦੀ, ਉਹ ਵੀ ਮੇਰੀ ਤਮੰਨਾ ਹੈਗੀ ਹੈ ਕਿ ਦੁਨੀਆ ਦੇ ਹਰ ਹਿੱਸੇ ਦੇ ਵਿੱਚ ਜਾਵੇ। ਬਿਲਕੁਲ। ਇਸ ਤੰਦ ਨੂੰ ਜੋੜਨ ਵਾਸਤੇ ਅੰਗਰੇਜ਼ੀ ਜਿਹੜੀ ਹੈਗੀ ਹੈ, ਕਿਉਂਕਿ ਬਾਹਰਲੇ ਮੁਲਕਾਂ ਦੇ ਵਿੱਚ ਅੰਗਰੇਜ਼ੀ ਦਾ ਜ਼ਿਆਦਾ ਹੋਲਡ ਹੈ। ਬਿਲਕੁਲ। ਤਾਂ ਜੇ ਅਸੀਂ ਇਹ ਤਿੰਨਾਂ ਨੂੰ ਇੱਕ ਸੂਤਰ ਦੇ ਵਿੱਚ ਪਿਰੋ ਦਈਏ ਤਾਂ ਉਹ ਸੂਤਰ ਜਿਹੜਾ ਹੈਗਾ ਉਹ ਦੁਨੀਆ ਦੇ ਹਰ ਹਿੱਸੇ ਦੇ ਵਿੱਚ ਕੰਮ ਕਰ ਸਕਦਾ। ਬਿਲਕੁਲ। ਤਾਂ ਇਹ ਚੀਜ਼ ਨੂੰ ਲੈ ਕੇ ਮੈਂ ਮਕਸਦ ਜਿਹੜਾ ਹੈਗਾ ਉਹ ਆਪਣਾ ਤੈਅ ਕੀਤਾ ਔਰ ਉਸ ਦਿਸ਼ਾ ਵੱਲ ਨੂੰ ਚੱਲ ਪਿਆ। ਮੈਨੂੰ 18 ਸਾਲ ਲੱਗ ਗਏ ਇਹ ਸਿਸਟਮ ਨੂੰ ਡਿਵੈਲਪ ਕਰਨ ਵਿੱਚ। 18 ਸਾਲਾਂ ਬਾਅਦ ਫਿਰ ਮੇਰੇ ਕੋਲ ਇਹ ਨਿਚੋੜ ਆ ਗਿਆ। ਉਸ ਤੋਂ ਬਾਅਦ ਫਿਰ ਮੈਂ ਕਿਤਾਬ। ਓਕੇ। ਤੁਸੀਂ ਇਸ ਨੂੰ ਸ਼ੁਰੂ ਕਰਨ ਵੇਲੇ ਜਦੋਂ ਜਿੱਥੋਂ ਤੱਕ ਮੈਂ ਪੜ੍ਹਿਆ ਵੀ ਤੁਸੀਂ ਬਸਤੀਆਂ ਦੇ ਵਿੱਚ ਗਏ ਜਿੱਥੇ ਬੱਚੇ ਬਿਲਕੁਲ ਪੜ੍ਹ ਹੀ ਨਹੀਂ ਸੀ ਸਕਦੇ। ਭਾਸ਼ਾ ਦੀ ਤਾਂ ਗੱਲ ਬਾਅਦ 'ਚ ਆਉਂਦੀ ਆ,
ਕਿ ਪਹਿਲਾਂ ਤਾਂ ਉਹਨਾਂ ਨੂੰ ਪੜ੍ਹਨ ਦੀ ਲੋੜ ਸੀ, ਹਾਂਜੀ ਫਿਰ ਹਿੰਦੀ ਅੰਗਰੇਜ਼ੀ ਦੀ ਤਾਂ ਬਾਅਦ ਦੀ ਗੱਲ ਆਉਂਦੀ ਆ ਠੀਕ ਹੈ ਕਿ ਤੁਸੀਂ ਉੱਥੇ ਕੰਮ ਕੀਤਾ। ਹਾਂਜੀ ਉਹ ਤੁਸੀਂ ਕਿਵੇਂ ਤਜਰਬਾ ਰਿਹਾ ਤੁਹਾਡਾ, ਉਹ ਕਿਵੇਂ ਸ਼ੁਰੂ ਕੀਤਾ? ਉਹ ਇਸ ਤਰ੍ਹਾਂ ਹੈ ਜੀ ਕਿ ਮੈਂ ਇੱਥੇ ਪਟਿਆਲਾ ਪੰਜਾਬ ਦੇ SDSC ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਪੜ੍ਹਾਉਣਾ ਟੀਚਰ ਤੇ ਸਾਡੇ ਸਕੂਲ ਨੇ ਇੱਕ ਪ੍ਰੋਜੈਕਟ ਲਿੱਤਾ ਸੀ ਕਿ ਜਿਹੜੇ ਗਰੀਬ ਬਸਤੀਆਂ ਦੇ ਵਿੱਚ ਲੋਕ ਰਹਿ ਰਹੇ ਨੇ ਉਹਨਾਂ ਦੇ ਬੱਚੇ ਉਹ ਵੀ ਪੜ੍ਹਨ ਲਿਖਣ ਅੱਗੇ ਵਧਣ। ਬਿਲਕੁਲ। ਔਰ ਉਹਨਾਂ ਨੂੰ ਪੜ੍ਹਾਈ ਦੇ ਨਾਲ ਜੋੜਨ ਵਾਸਤੇ, ਕਿਉਂਕਿ ਜਿਹੜੇ ਦੇਖੋ ਨਾ ਅਮੀਰ ਬੱਚੇ ਹੁੰਦੇ ਨੇ ਜਾਂ ਆਮ ਮੀਡੀਅਮ ਫੈਮਿਲੀ ਦੇ ਵਿੱਚ ਹੁੰਦੇ ਨੇ, ਹਾਂਜੀ, ਤਾਂ ਮਾਂ-ਬਾਪ ਪੜ੍ਹੇ ਲਿਖੇ ਹੈ, ਬੱਚਿਆਂ ਨੂੰ ਪੜ੍ਹਾ ਲੈਣਗੇ। ਬਿਲਕੁਲ। ਜੇ ਮੰਨ ਲਓ ਕਿ ਉਹਨਾਂ ਨੂੰ ਕੋਈ ਦਿੱਕਤ ਵੀ ਹੋਵੇ, ਉਹਨਾਂ ਕੋਲ ਟਾਈਮ ਨਹੀਂ ਹੁੰਦਾ ਆਪਣੇ ਬੱਚਿਆਂ ਵਾਸਤੇ, ਤਾਂ ਟਿਊਸ਼ਨਸ ਕਰ ਲੈਣਗੇ। ਪਰ ਸਾਡੀ ਜੋ ਮਾਤਰੇ ਸੰਸਥਾ ਹੈ ਸ਼੍ਰੀ ਸਨਾਤਨ ਧਰਮ ਸਭਾ, ਉਸਨੇ ਤੈਅ ਕੀਤਾ ਕਿ ਜਿਹੜੇ ਝੋਪੜੀਆਂ 'ਚ ਰਹਿਣ ਵਾਲੇ ਬੱਚੇ ਨੇ ਉਹਨਾਂ ਨੂੰ ਸਕੂਲ ਟਾਈਮ ਤੋਂ ਬਾਅਦ ਐਕਸਟਰਾ ਟਿਊਸ਼ਨ ਟਾਈਮ ਦਿੱਤਾ ਜਾਵੇ। ਉਸ ਨੂੰ ਬਾਲ ਸੰਸਕਾਰ ਕੇਂਦਰ ਦਾ ਨਾਮ ਦਿੱਤਾ ਗਿਆ ਔਰ ਉਸ ਦੇ ਤਹਿਤ ਮੈਂ ਅੱਡ-ਅੱਡ ਬਸਤੀਆਂ ਦੇ ਵਿੱਚ ਜਾ ਕੇ ਝੋਂਪੜੀਆਂ 'ਚ ਰਹਿਣ ਵਾਲੇ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਐਕਸਟਰਾ ਟਾਈਮ ਜਿਹੜਾ ਦੇ ਕੇ ਬਾਲ ਸੰਸਕਾਰ ਕੇਂਦਰ ਦੇ ਵਿੱਚ ਉਹਨਾਂ ਨੂੰ ਨਾਲੇ ਅੱਛੇ ਸੰਸਕਾਰ ਦੇਣੇ, ਨਾਲੇ ਉਹਨਾਂ ਨੂੰ ਜਿਹੜਾ ਹੈਗਾ ਪੜ੍ਹਾਉਣਾ। ਉਹ ਜਿਹੜਾ ਪ੍ਰੋਜੈਕਟ ਸੀਗਾ ਤੁਹਾਡਾ, ਉਹਦੇ ਵਿੱਚ ਫਿਰ ਤੁਹਾਡੀ ਟੀਮ ਹੋਊਗੀ ਕਾਫੀ, ਕਿੰਨੇ ਬੰਦੇ ਸੀਗੇ ਤੁਸੀਂ? ਹਾਂ, ਉਹ ਇਸ ਤਰ੍ਹਾਂ ਸੀ ਜੀ ਕਿ ਸਨਾਤਨ ਧਰਮ ਸਭਾ ਵੱਲੋਂ ਮੈਨੂੰ ਡਿਪਿਊਟ ਕੀਤਾ ਗਿਆ ਸੀ। ਉਸ ਤੋਂ ਇਲਾਵਾ ਹਰ ਇੱਕ ਬਸਤੀ ਦੇ ਵਿੱਚ ਇੱਕ ਟੀਚਰ ਜਿਹੜਾ ਹੈਗਾ ਅਸੀਂ ਅਪਾਇੰਟ ਕੀਤਾ। ਓਵਰਆਲ ਇੰਚਾਰਜ ਮੈਂ ਰਿਹਾ। ਔਰ ਜਿਵੇਂ ਹੁਣ ਮੰਨ ਲਓ ਕਿ ਮੰਗਲਵਾਰ ਦਾ ਦਿਨ ਹੁੰਦਾ ਸੀ, ਤਾਂ ਜਿਵੇਂ ਤੁਸੀਂ ਵਿਰਸੇ ਦੀ ਗੱਲ ਕਰਦੇ ਹੋ, ਤਾਂ ਮੰਗਲਵਾਰ ਵਾਲੇ ਦਿਨ ਅਸੀਂ ਉਹ ਬੱਚਿਆਂ ਨੂੰ ਪੜ੍ਹਾਉਂਦੇ ਨਹੀਂ ਸੀ, ਉਹਨਾਂ ਨੂੰ ਉਹਨਾਂ ਦੇ ਵਿਰਸੇ ਦੇ ਬਾਰੇ ਜਾਣਕਾਰੀ ਦੇਣੀ, ਆਪਣੇ ਦੇਸ਼ ਬਾਰੇ ਜਾਣਕਾਰੀ ਦੇਣੀ, ਸੰਸਕਾਰਾਂ ਦੀ ਜਾਣਕਾਰੀ ਦੇਣੀ। ਤਾਂ ਉਸ ਦਿਨ ਅਸੀਂ ਮੰਗਲਵਾਰ ਨੂੰ ਸੰਸਕਾਰ ਦਿਵਸ ਮਨਾਉਂਦੇ ਸੀ। ਤਾਂ ਇਸ ਤਰੀਕੇ ਨਾਲ ਬੱਚਿਆਂ ਨੂੰ ਆਪਣੇ ਸੰਸਕ੍ਰਿਤੀ ਦੇ ਨਾਲ ਜੋੜ ਕੇ ਰੱਖਣਾ ਵੀ ਬਹੁਤ ਜ਼ਰੂਰੀ ਹੈ, ਪੜ੍ਹਾਉਣਾ ਲਿਖਾਉਣਾ ਵੀ ਬਹੁਤ ਜ਼ਰੂਰੀ ਹੈ। ਉਸ ਤਰ੍ਹਾਂ ਦਾ ਜਿਹੜਾ ਹੈਗਾ ਉਹ ਅਸੀਂ ਮਿਸ਼ਨ ਲੈ ਕੇ ਚੱਲੇ ਸੀ। ਜਿੱਥੋਂ ਤੱਕ ਮੈਂ ਪੜ੍ਹਿਆ ਉਸ ਸਮੇਂ ਤੁਸੀਂ ਜੇਲ੍ਹਾਂ ਵਿੱਚ ਵੀ ਕੈਦੀ ਵਗੈਰਾ ਨੂੰ ਵੀ ਪੜ੍ਹਾਉਂਦੇ ਰਹੇ ਹੋ? ਹਾਂ, ਐਸਾ ਹੈ ਜੀ ਕਿ ਉਸ ਸਮੇਂ ਦੇ ਵਿੱਚ ਤਾਂ ਨਹੀਂ, ਲੇਕਿਨ ਉਸ ਤੋਂ ਬਾਅਦ ਫਿਰ ਜਦੋਂ ਇੱਕ ਚੰਗੇ ਤਰੀਕੇ ਦੇ ਨਾਲ ਮਾਮਲਾ ਸੈਟਅਪ ਹੋ ਗਿਆ, ਬੁੱਕ ਵੀ ਤਿਆਰ ਹੋ ਗਈ ਔਰ ਹਰ ਸਿਸਟਮ ਓਕੇ ਹੋ ਗਿਆ, ਤਾਂ ਉਹ ਤੋਂ ਬਾਅਦ ਫਿਰ ਮੇਰੇ ਮਨ ਦੇ ਵਿੱਚ ਇੱਕ ਗੱਲ ਆਈ ਕਿ ਪੜ੍ਹਨ ਵਾਸਤੇ ਬੰਦੇ ਦੇ ਕੋਲ ਟਾਈਮ ਹੋਣਾ ਜ਼ਰੂਰੀ ਹੈ। ਬਿਲਕੁਲ। ਔਰ ਜੋ ਆਪਣੇ ਦੇਸ਼ ਦੀਆਂ ਲੱਖਾਂ ਹੀ ਜਿਹੜੀਆਂ ਜੇਲ੍ਹਾਂ ਦੇ ਵਿੱਚ ਲੱਖਾਂ ਹੀ ਕੈਦੀ ਹੈਗੇ ਆ, ਉਹਨਾਂ ਦੇ ਵਿੱਚ ਕਿੰਨੇ ਸਾਰੇ ਜਿਹੜੇ ਹੈਗੇ ਅਨਪੜ੍ਹ ਨੇ, ਜ਼ਿਆਦਾਤਰ ਲੋਕ ਅਨਪੜ੍ਹ ਨੇ, ਉਹਨਾਂ ਦੇ ਕੋਲ ਟਾਈਮ ਬਹੁਤ ਹੈ। ਔਰ ਹੁੰਦਾ ਕੀ ਹੈ ਜੀ ਕਿ ਜਦੋਂ ਅਸੀਂ ਪੜ੍ਹ ਲਿਖ ਜਾਂਦੇ ਹਾਂ, ਅਸੀਂ ਕ੍ਰਾਈਮ ਤੋਂ ਵੀ ਦੂਰ ਹੋ ਜਾਂਦੇ ਹਾਂ। ਬਿਲਕੁਲ ਬਿਲਕੁਲ। ਮੇਰਾ ਮਕਸਦ ਇਹ ਸੀ ਕਿ ਜੇ ਉਹ ਕੈਦੀ ਜਿਹੜੇ ਅਨਪੜ੍ਹ ਰਹਿ ਗਏ, ਕਿਸੇ ਨਾ ਕਿਸੇ ਘਰੇਲੂ ਹਾਲਾਤ ਦੀ ਮਜਬੂਰੀ ਕਾਰਨ ਜਾਂ ਕਿਹਨਾਂ ਵੀ ਕਾਰਨਾਂ ਕਰਕੇ ਉਹਨਾਂ ਤੋਂ ਕੋਈ ਕ੍ਰਾਈਮ ਹੋ ਵੀ ਗਿਆ, ਤਾਂ ਜਦੋਂ ਉਹ ਪੜ੍ਹ ਲਿਖ ਜਾਣਗੇ ਤਾਂ ਉਹਨਾਂ ਨੂੰ ਕ੍ਰਾਈਮ ਨਾਲੋਂ ਫਾਸਲਾ ਜਿਹੜਾ ਹੈਗਾ ਉਹਨਾਂ ਦਾ ਬਣਦਾ ਚਲਾ ਜਾਏਗਾ ਔਰ ਉਹਨਾਂ ਦੀ ਜ਼ਿੰਦਗੀ 'ਚ ਸੁਧਾਰ ਵੀ ਆਏਗਾ। ਬਿਲਕੁਲ, ਚੰਗੇ ਮਾੜੇ ਦੀ ਉਹਨਾਂ ਨੂੰ ਪਛਾਣ ਹੋ ਜਾਏਗੀ। ਉਸ ਵਾਸਤੇ ਫਿਰ ਮੈਂ ਇੱਕ ਪ੍ਰੋਜੈਕਟ ਤਿਆਰ ਕਰਿਆ ਜੀ, भाषा ज्ञान से आत्म सम्मान। भाषा ज्ञान से आत्म ज्ञान, ठीक। तो उस हिसाब ਦੇ ਨਾਲ ਮੈंने ਉਹ ਪ੍ਰੋਜੈਕਟ ਜਿਹੜਾ ਹੈਗਾ ਉਹ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਔਰ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਜੀ ਨੂੰ ਔਰ ਜੋ ਆਪਣੇ ਉਪ ਰਾਸ਼ਟਰਪਤੀ ਹੈਗੇ ਵੈਂਕਈਆ ਨਾਇਡੂ ਜੀ ਨੂੰ, ਉਹਨਾਂ ਨੂੰ ਮੈਂ ਇਹ ਪ੍ਰੋਜੈਕਟ ਭੇਜਿਆ। ਉਸ ਤੋਂ ਇਲਾਵਾ ਮੈਂ ਵੱਖ-ਵੱਖ ਮੁੱਖ ਮੰਤਰੀਆਂ ਨੂੰ ਵੀ ਇਹ ਪ੍ਰੋਜੈਕਟ ਭੇਜਿਆ। ਤੇ ਉਸ ਦੇ ਵਿੱਚ ਫਿਰ ਬੜਾ ਹੀ ਸਿੰਪਲ ਪ੍ਰੋਜੈਕਟ ਹੈ, ਇਸ ਦੇ ਉੱਤੇ ਸਰਕਾਰਾਂ ਦਾ ਕਿਸੇ ਤਰ੍ਹਾਂ ਦਾ ਕੋਈ ਖਰਚਾ ਨਹੀਂ ਆਣਾ, ਕੁਝ ਨਹੀਂ ਆਣਾ। ਉਹਦੇ ਵਿੱਚ ਬੜਾ ਆਰਾਮ ਨਾਲ ਕਿਹਾ ਹੈ ਕਿ ਜਿਹੜੇ ਜੇਲ੍ਹਾਂ ਦੇ ਵਿੱਚ ਪੜ੍ਹੇ ਲਿਖੇ ਕੈਦੀ ਵੀ ਹੈਗੇ ਔਰ ਅਨਪੜ੍ਹ ਕੈਦੀ ਵੀ ਹੈਗੇ, ਬਿਲਕੁਲ, ਮਤਲਬ ਖੂਹ ਵੀ ਉੱਥੇ ਹੈਗਾ ਔਰ ਪਿਆਸੇ ਵੀ ਉੱਥੇ ਹੀ ਆ। ਬਿਲਕੁਲ ਬਿਲਕੁਲ। ਤਾਂ ਫਰਕ ਸਿਰਫ ਇੰਨਾ ਹੈ ਕਿ ਉਹਨੂੰ ਆਪਾਂ ਜਦ ਸੈੱਟ ਕਰਨਾ ਹੈ ਤਾਂ ਉਹ ਜਿਹੜੇ ਪੜ੍ਹੇ ਲਿਖੇ ਕੈਦੀ ਨੇ ਉਹ ਹੀ ਉਹ ਅਨਪੜ੍ਹ ਕੈਦੀਆਂ ਨੂੰ ਉਹਨਾਂ ਨੂੰ ਪੜ੍ਹਾਉਣਾ ਸ਼ੁਰੂ ਕਰ ਦੇਣ। ਔਰ ਉਹਨਾਂ ਦੀ ਜਿਹੜੀ ਐਨੂਅਲ ਰਿਪੋਰਟ ਹੁੰਦੀ ਹੈ ਹਰ ਕੈਦੀ ਦੀ, ਜਿਵੇਂ ਆਪਣੇ ਦਫ਼ਤਰਾਂ ਦੇ ਵਿੱਚ CR ਹੁੰਦੀ ਹੈ, ACR ਹੁੰਦੀ ਹੈ, ਤਾਂ ਉਸ ਤਰੀਕੇ ਦੇ ਨਾਲ ਫਿਰ ਉਹਨਾਂ ਦੀ ਰਿਪੋਰਟ ਦੇ ਵਿੱਚ ਇਹ ਚੀਜ਼ ਮੈਂਸ਼ਨ ਕੀਤੀ ਜਾਏ ਕਿ ਇਹਨਾਂ ਨੇ ਅਨਪੜ੍ਹ ਕੈਦੀਆਂ ਨੂੰ ਵੀ ਪੜ੍ਹਾਉਣ ਵਾਸਤੇ ਜਿਹੜਾ ਹੈਗਾ ਆਪਣਾ ਯੋਗਦਾਨ ਦਿੱਤਾ। ਬਿਲਕੁਲ ਬਿਲਕੁਲ। ਤੇ ਜਦੋਂ ਤੁਸੀਂ ਜਿਹੜਾ ਹੈਗਾ ਉਹ ਸੈਂਟਰ ਗਵਰਨਮੈਂਟ ਨੇ ਹੋਮ ਮਿਨਿਸਟਰੀ ਨੂੰ ਜਿਹੜਾ ਹੈਗਾ ਉਹ ਭੇਜਿਆ ਔਰ ਪੰਜਾਬ ਸਰਕਾਰ ਨੇ ਤਾਂ ਇਸ ਨੂੰ ਜਿਹੜਾ ਹੈਗਾ ਆਪਣੇ ਇੱਥੇ ਪੰਜਾਬ ਦੇ ਵਿੱਚ ਲਾਗੂ ਵੀ ਕੀਤਾ। ਪਟਿਆਲਾ ਜੇਲ੍ਹ ਦੇ ਵਿੱਚ ਇਸ ਟਾਈਮ ਦੇ ਜਿਹੜਾ ਹੈਗਾ ਉਹ ਸ਼ੁਰੂ ਹੋ ਚੁੱਕਿਆ ਹੈ। ਇਸ ਦੇ ਰਿਜ਼ਲਟ ਫਿਰ ਤੋਂ ਬਾਅਦ ਦੇਖਣ ਤੋਂ ਬਾਅਦ ਸਰਕਾਰ ਇਸ ਨੂੰ ਪੂਰੇ ਪੰਜਾਬ ਦੇ ਵਿੱਚ ਲਾਗੂ ਕਰੇਗੀ। ਭਾਰਤੀ ਜੀ, ਜਿਹੜੀ ਤੁਸੀਂ ਦੱਸਿਆ ਹੁਣੇ ਵੀ ਪੰਜਾਬ ਗਵਰਨਮੈਂਟ ਨੇ ਜਿਵੇਂ ਜੇਲ੍ਹਾਂ ਦੇ ਵਿੱਚ ਲਾਤੀ ਆਪਣੀ ਪੜ੍ਹਾਈ ਵਾਸਤੇ ਉਹ ਕੀਤਾ, ਐਫਰਟਸ ਕੀਤੀਆਂ ਨੇ, ਕੋਈ ਆਪਣਾ ਰਾਸ਼ਟਰੀ ਪੱਧਰ 'ਤੇ ਵੀ ਇਹਦੇ 'ਚ ਅੱਗੇ ਕੋਈ ਤਰੱਕੀ ਹੋਈ ਜਾਂ ਕੋਈ ਅੱਗੇ ਇਹਨਾਂ ਨੇ ਕੀਤਾ ਕੁਛ ਇਹਦੇ ਬਾਰੇ? ਹਾਂਜੀ, ਉਹ ਇੱਦਾਂ ਹੈ
ਕਿ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਰਾਸ਼ਟਰਪਤੀ ਜੀ, ਉਪ ਰਾਸ਼ਟਰਪਤੀ ਜੀ ਔਰ ਪ੍ਰਧਾਨ ਮੰਤਰੀ ਜੀ ਵੱਲੋਂ ਜੀ ਪੂਰੇ ਦੇਸ਼ ਦੇ ਕੈਦੀਆਂ ਨੂੰ ਪੜ੍ਹਾਉਣ ਵਾਲਾ ਜਿਹੜਾ ਪ੍ਰੋਜੈਕਟ ਹੈਗਾ ਉਹ ਮੈਂ ਭੇਜਿਆ ਸੀ ਉਹਨਾਂ ਨੂੰ, ਤਾਂ ਉਹਨਾਂ ਨੇ ਹੋਮ ਮਿਨਿਸਟਰੀ ਨੂੰ ਅੱਗੇ ਐਗਜ਼ੀਕਿਊਟ ਕਰਨ ਵਾਸਤੇ ਭੇਜ ਦਿੱਤਾ। ਉਹਦਾ ਲੈਟਰ ਬਕਾਇਦਾ ਤੌਰ ਦੇ ਉੱਤੇ ਮੇਰੇ ਕੋਲ ਆਏ ਹੋਏ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਗੱਲ ਹੋਰ ਚਾਨਣਾ ਪਾਉਣਾ ਚਾਹਾਂਗਾ ਕਿ ਮੈਨੂੰ ਇੱਕ ਗੱਲ ਦਾ ਪਤਾ ਹੈ ਜੀ ਕਿ ਮੇਰੇ ਦੇਸ਼ ਦੇ ਵਿੱਚ ਗਰੀਬੀ ਬਹੁਤ ਹੈ ਔਰ ਮੇਰੇ ਦੇਸ਼ ਦੇ ਕਿੰਨੇ ਹੀ ਜਿਹੜੇ ਹੈਗੇ ਆ ਬੱਚੇ ਸਿਰਫ ਮਹਿੰਗੀਆਂ ਕਿਤਾਬਾਂ ਨਾ ਖਰੀਦਣ ਕਰਕੇ ਬਿਲਕੁਲ ਉਹ ਬੱਚੇ ਜਿਹੜੇ ਹੈਗੇ ਉਹ ਪੜ੍ਹਾਈ ਤੋਂ ਦੂਰ ਹੋ ਜਾਂਦੇ ਨੇ। ਬਿਲਕੁਲ ਪੜ੍ਹਾਈ ਮਹਿੰਗੀ ਬਹੁਤ ਆ ਸਾਡੇ ਦੇਸ਼ 'ਚ। ਹਾਲਾਂਕਿ ਸਰਵ ਸਿੱਖਿਆ ਅਭਿਆਨ ਦੇ ਰਾਹੀਂ ਹੁਣ ਅੱਜ ਕੱਲ ਜਿਹੜਾ ਹੈਗਾ ਬੁੱਕਸ ਵਗੈਰਾ ਵੀ ਦਿੱਤੀਆਂ ਜਾਂਦੀਆਂ ਨੇ ਬੱਚਿਆਂ ਨੂੰ ਹੋਰ ਹੈ, ਪਰ ਫਿਰ ਵੀ ਮੈਂ ਇੱਕ ਗੱਲ ਹੋਰ ਜਾਣਦਾ ਕਿ ਮੇਰੇ ਦੇਸ਼ ਦੇ ਵਿੱਚ ਜਾਂ ਦੁਨੀਆ ਦੇ ਵਿੱਚ ਅਰਬਾਂ ਖਰਬਾਂ ਰੁਪਏ ਕਿਤਾਬਾਂ ਹਰ ਸਾਲ ਨਵੀਆਂ ਛਾਪੀਆਂ ਜਾਂਦੀਆਂ। ਬਿਲਕੁਲ। ਤਾਂ ਇਸ ਵਾਸਤੇ ਮੈਂ ਆਪਣੇ ਦੇਸ਼ ਦੀ ਇਕਨੋਮੀ ਨੂੰ ਧਿਆਨ 'ਚ ਰੱਖਦੇ ਹੋਏ ਮੈਂ ਇੱਕ ਪ੍ਰੋਜੈਕਟ ਬਣਾ ਕੇ ਭੇਜਿਆ ਪ੍ਰਧਾਨ ਮੰਤਰੀ ਜੀ ਨੂੰ ਕਿ ਹਰ ਇੱਕ ਸਕੂਲ ਦੇ ਵਿੱਚ ਹਮਾਰਾ ਆਪਣਾ ਬੁੱਕ ਬੈਂਕ ਹੋਵੇ। ਉਹ ਉਸ ਸਕੂਲ ਦਾ ਬੁੱਕ ਬੈਂਕ ਹੈ। ਉਸ ਸਕੂਲ ਦੇ ਵਿਦਿਆਰਥੀ ਆਪਣੀਆਂ ਜਦੋਂ ਸਾਲ ਬੀਤ ਜਾਂਦਾ ਹੈ ਉਹ ਕਲਾਸ ਪਾਸ ਕਰ ਜਾਂਦੇ ਨੇ, ਅਗਲੀ ਕਲਾਸ 'ਚ ਚਲੇ ਜਾਂਦੇ ਨੇ। ਬਿਲਕੁਲ। ਤਾਂ ਆਪਣੀਆਂ ਕਿਤਾਬਾਂ ਉਹ ਸਕੂਲ ਦੇ ਵਿੱਚ ਹੀ ਡੋਨੇਟ ਕਰ ਦੇਣ, ਜਮ੍ਹਾਂ ਕਰਾ ਦੇਣ। ਬਕਾਇਦਾ ਤੌਰ ਦੇ ਉੱਤੇ ਰਜਿਸਟਰ ਦੇ ਵਿੱਚ ਉਹਨਾਂ ਦੀ ਐਂਟਰੀ ਹੋਵੇ ਕਿ ਇਹ ਬੱਚੇ ਨੇ ਜਿਹੜਾ ਹੈਗਾ ਕਿਤਾਬਾਂ ਡੋਨੇਟ ਕੀਤੀਆਂ। ਔਰ ਦੂਸਰੇ ਬੱਚੇ ਜਿਹੜੇ ਹੈਗੇ ਉਹਨਾਂ ਨੂੰ ਇਹ ਇਸ਼ੂ ਹੋ ਜਾਣ, ਸਾਲ ਬਾਅਦ ਉਹਨਾਂ ਤੋਂ ਫੇਰ ਵਾਪਸ ਲੈ ਲਿੱਤੀਆਂ ਜਾਣ। ਇਸ ਤਰੀਕੇ ਦੇ ਨਾਲ ਜੇ ਦੇਸ਼ ਦੇ ਸਾਰੇ ਸਕੂਲਾਂ 'ਚ, ਕਾਲਜਿਸ 'ਚ, ਯੂਨੀਵਰਸਿਟੀਜ਼ ਦੇ ਵਿੱਚ ਆਪਣਾ ਬੁੱਕ ਬੈਂਕ ਹਰ ਇੱਕ ਉਸ ਦਾ ਇੰਸਟੀਟਿਊਸ਼ਨ ਦਾ ਆਪਣੇ ਤੌਰ ਦੇ ਉੱਤੇ ਖੁੱਲ੍ਹਿਆ ਵਾ ਹੋਵੇ ਤਾਂ ਦੇਸ਼ ਦੀ ਅਰਬਾਂ ਖਰਬਾਂ ਰੁਪਏ ਦੀ ਜਿਹੜੀ ਹੈਗੀ ਆ ਉਹ ਕਿਤਾਬਾਂ ਦੇ ਉੱਤੇ ਖਰਚ ਕਰਨ ਦਾ, ਜਿਹੜਾ ਨਵੀਆਂ ਕਿਤਾਬਾਂ ਛਾਪਣ ਦੇ ਉਹ ਖਰਚਾ ਜਿਹੜਾ ਹੈ ਬਚ ਸਕਦਾ ਹੈ। ਸਰਕਾਰ ਉਸੇ ਨੂੰ ਹੀ ਹੋਰ ਪਾਸੇ ਯੂਜ਼ ਕਰ ਸਕਦੀ ਹੈ ਔਰ ਮੇਰੇ ਇਸ ਦੇ ਉੱਤੇ ਪ੍ਰਧਾਨ ਮੰਤਰੀ ਜੀ ਨੇ ਜਿਹੜਾ ਹੈਗਾ ਇਸ ਨੂੰ ਐਪਰੀਸ਼ੀਏਟ ਕੀਤਾ। ਮੈਨੂੰ ਲੈਟਰ ਵੀ ਆਇਆ ਮੋਦੀ ਜੀ ਦਾ। ਤਾਂ ਮੇਰਾ ਇੱਕ ਮੰਨਣਾ ਹੈ ਕਿ ਤੁਸੀਂ ਚੰਗੇ ਕੰਮ ਕਰੋ, ਪਰਮਾਤਮਾ ਆਪਣੇ ਆਪ ਤੁਹਾਨੂੰ ਆਸ਼ੀਰਵਾਦ ਦਿੰਦਾ। ਬਿਲਕੁਲ। ਇਸ ਤਰ੍ਹਾਂ ਜਿਵੇਂ ਹੁਣ ਇਹ ਕਰੋਨਾ ਕਾਲ ਹੈ, ਇਸ ਕਾਲ ਦੇ ਵਿੱਚ ਨਵੀਆਂ ਕਿਤਾਬਾਂ ਛਪਣੀਆਂ ਬਹੁਤ ਔਖੀਆਂ ਹੋ ਰਹੀਆਂ ਨੇ, ਬੱਚਿਆਂ ਤੱਕ ਨਹੀਂ ਪਹੁੰਚ ਰਹੀਆਂ। ਜੇ ਕਿਤੇ ਇਹ ਵਾਲਾ ਸਿਸਟਮ ਆਲਰੇਡੀ ਪੂਰੇ ਦੇਸ਼ ਦੇ ਵਿੱਚ ਚੱਲ ਰਿਹਾ ਹੁੰਦਾ, ਡਿਵੈਲਪ ਹੋਇਆ ਵਾ ਹੁੰਦਾ, ਦੁਨੀਆ 'ਚ ਹੁੰਦਾ, ਤਾਂ ਕਿਤਾਬਾਂ ਦੀ ਕਿਸੇ ਨੂੰ ਕੋਈ ਪ੍ਰੋਬਲਮ ਹੀ ਨਹੀਂ ਸੀ ਹੋਣੀ। ਬਿਲਕੁਲ। ਤਾਂ ਸਹੀ ਸੋਚ ਨੂੰ ਐਗਜ਼ੀਕਿਊਟ ਕਰਨਾ ਜਿਹੜਾ ਹੈਗਾ ਉਹ ਵੀ ਬਹੁਤ ਜ਼ਰੂਰੀ ਹੈ। ਉਸ ਵਾਸਤੇ ਵੀ ਜਿੰਨੇ ਹੋਰ ਵੀ ਸਿੱਖਿਆ ਸ਼ਾਸਤਰੀ ਨੇ ਆਪਣੇ ਦੇਸ਼ ਵਾਸਤੇ, ਦੁਨੀਆ ਵਾਸਤੇ, ਉਹਨਾਂ ਨੂੰ ਯੋਜਨਾਵਾਂ ਬਣਾਉਂਦੇ ਰਹਿਣਾ ਚਾਹੀਦਾ। ਭਾਰਤੀ ਜੀ, ਜੇ ਬੰਦਾ ਕੋਸ਼ਿਸ਼ ਕਰਦਾ ਰਹੇ ਕਿਤੇ ਨਾ ਕਿਤੇ ਆਪਾਂ ਕਾਮਯਾਬ ਹੋਵਾਂਗੇ। ਔਰ ਸਾਡੀ ਚੈਨਲ ਦੀ ਤੁਹਾਨੂੰ ਦੁਆ ਹੈ ਕਿ ਤੁਸੀਂ ਇਸ ਮਿਸ਼ਨ ਜ਼ਰੂਰ ਕਾਮਯਾਬ ਹੋਵੋਗੇ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ। ਇਹ ਤਾਂ ਚਲੋ ਉਹ ਹੋ ਗਿਆ, ਕੈਦੀਆਂ ਨੇ ਉਹਨੂੰ ਪੜ੍ਹਾਤਾ, ਇਹ ਪ੍ਰੋਜੈਕਟ ਤੁਸੀਂ ਦਿੱਤਾ, ਗੌਰਮੈਂਟ ਨੂੰ ਅਪਰੂਵ ਹੋ ਗਿਆ। ਲੇਕਿਨ ਬੜੀ ਮਜ਼ੇ ਦੀ ਗੱਲ ਤਾਂ ਇਹ ਜਿਹੜੀ ਇੱਕੋ ਵੇਲੇ ਚਾਹੇ ਉਹ ਸਟੂਡੈਂਟ ਆ ਚਾਹੇ ਨਹੀਂ ਸਟੂਡੈਂਟ ਵੀ, ਮਤਲਬ ਜਿਹੜਾ ਥੋੜ੍ਹਾ ਬਹੁਤ ਪੜ੍ਹਿਆ ਲਿਖਿਆ ਉਹ ਦੂਜੀ ਭਾਸ਼ਾ ਸਿੱਖ ਸਕਦਾ। ਇਹ ਪ੍ਰੋਜੈਕਟ ਕਿਵੇਂ ਸ਼ੁਰੂ ਹੋਇਆ ਫਿਰ ਤੁਹਾਡਾ, ਜਿਹੜਾ 3 in 1 ਮੈਜਿਕ ਵਾਲਾ? ਹਾਂਜੀ, ਇਹਦੇ ਵਿੱਚ ਵੀ ਇੱਕ ਉਹ ਹੈ ਕਿ ਜਿਵੇਂ ਹੁਣ ਆਪਾਂ ਪੰਜਾਬ ਦੇ ਵਿੱਚ ਰਹਿੰਦੇ ਹਾਂ ਜੀ, ਤਾਂ ਆਪਣੇ ਪੰਜਾਬ ਦੇ ਵਿੱਚ ਬਹੁਤ ਸਾਰੇ ਜਿਹੜੇ ਬੱਚੇ ਨੇ ਉਹ ਅਦਰ ਸਟੇਟਸ ਤੋਂ ਆਉਂਦੇ ਨੇ। ਬਿਲਕੁਲ। ਉਹਨਾਂ ਨੂੰ ਪੰਜਾਬੀ ਦਾ ਬਿਲਕੁਲ ਵੀ ਗਿਆਨ ਨਹੀਂ ਹੁੰਦਾ। ਹਾਂਜੀ। ਤਾਂ ਅਦਰ ਸਟੇਟਸ ਦੇ ਜਿਹੜੇ ਬੱਚੇ ਇੱਥੇ ਆਉਂਦੇ ਨੇ, ਪੰਜਾਬੀ ਦਾ ਉਹਨਾਂ ਨੂੰ ਗਿਆਨ ਨਹੀਂ ਹੁੰਦਾ। ਤਾਂ ਉਸ ਵਾਸਤੇ ਫਿਰ ਮੈਂ ਕੀ ਕੀਤਾ, ਇੱਕ ਜਿਹੜਾ ਇਹ ਟ੍ਰਾਈਲਿੰਗੁਅਲ ਸਿਸਟਮ ਹੈਗਾ, ਇਸ ਦੇ ਵਿੱਚ ਹਿੰਦੀ ਦੇ ਮਾਧਿਅਮ ਰਾਹੀਂ ਪੰਜਾਬੀ ਸਿਖਾਉਣਾ ਉਹ ਕੀਤਾ। ਤਾਂ ਉਹ ਜਿਹੜੇ ਬੱਚਿਆਂ ਨੂੰ ਪੰਜਾਬੀ ਬਹੁਤ ਹੀ ਔਖੀ ਲੱਗਦੀ ਸੀ, ਜਦੋਂ ਉਹਨਾਂ ਨੇ ਕੰਪੈਰੀਟਿਵ ਸਟੱਡੀ ਕਰਨੀ ਸ਼ੁਰੂ ਕੀਤੀ ਤਾਂ ਉਹਨਾਂ ਨੂੰ ਇਹ ਹੋਇਆ ਵੀ ਇਹ ਤਾਂ ਬਹੁਤ ਆਸਾਨ ਹੈ, ਅਸੀਂ ਤਾਂ ਉਈਆਂ ਹਨੇਰਿਆਂ ਦੇ ਵਿੱਚ ਹੀ ਰਹੇ। ਤਾਂ ਬੱਚੇ ਜਿਹੜੇ ਹੈਗੇ ਬੜੇ ਤੇਜ਼ੀ ਦੇ ਨਾਲ ਇਸ ਨੂੰ ਜਿਹੜਾ ਹੈਗਾ ਉਹ ਸਿੱਖਦੇ ਗਏ। ਨਹੀਂ, ਤੁਸੀਂ ਜਿਹੜਾ ਇਹਦੇ 'ਚ ਖਾਸ ਤੌਰ ਦੇ ਉੱਤੇ ਮੈਂ ਦੇਖਿਆ, ਬੁੱਕ ਪੜ੍ਹੀ ਆ, ਕਿ ਇੱਕ ਤਰ੍ਹਾਂ ਦੇ ਸ਼ਬਦ ਨੇ ਅੰਗਰੇਜ਼ੀ 'ਚ ਵੀ, ਪੰਜਾਬੀ 'ਚ ਵੀ, ਹਿੰਦੀ 'ਚ, ਉਹਨਾਂ ਨੂੰ ਮਤਲਬ ਤੁਸੀਂ ਖੋਜ ਕੀਤੀ ਉਹਨਾਂ ਦੀ। ਉਹ ਲਿਆ ਕੇ ਉਹ ਪਰੋਏ, ਇੱਕ ਮੋਤੀ ਦੀ ਮੋਤੀਆਂ ਮਾਲਾ 'ਚ ਪਰੋਏ, ਉਹ ਕੰਮ ਬੜਾ ਔਖਾ ਸੀਗਾ। ਉਹਨੂੰ ਕਿਵੇਂ ਕੀਤਾ ਫਿਰ ਤੁਸੀਂ ਨੇ? ਇਹ ਸਭ ਪਰਮਾਤਮਾ ਦੀ ਕਿਰਪਾ ਹੈ ਜੀ, ਤੇ ਮਿਹਨਤ ਤਾਂ ਕਰਨੀ ਹੀ ਪੈਂਦੀ ਹੈ। ਬਿਲਕੁਲ। ਮੇਰੇ ਜਿਹੜੇ ਜ਼ਿੰਦਗੀ ਹੈ ਜੀ, ਉਸ ਦਾ ਇੱਕ ਮੈਂ ਸਾਰ ਲੈ ਕੇ ਚੱਲਿਆ ਹੋਇਆ ਕਿ ਗੀਤਾ ਦੇ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਕਿਹਾ ਕਿ ਤੁਸੀਂ ਕਰਮ ਕਰੋ, ਫਲ ਦੇਣਾ ਮੇਰੀ ਜ਼ਿੰਮੇਵਾਰੀ ਹੈ। ਫਲ ਦੀ ਇੱਛਾ ਨਾ ਕਰੋ, ਲੇਕਿਨ ਕਰਮ ਜ਼ਰੂਰ ਕਰੋ, ਕਰੀ ਜਾਓ। ਉਹਨਾਂ ਨੇ ਕਿਤੇ ਵੀ ਇਹ ਨਹੀਂ ਕਿਹਾ ਕਿ ਤੁਸੀਂ ਕਰਮ ਤੋਂ ਵੀ ਭੱਜ ਲਓ। ਉਹਨਾਂ ਨੇ ਕਰਮ ਕਿਹਾ, ਜਦੋਂ ਤੁਹਾਡੇ
ਕਰਮ ਕਰਨੀ ਡੈਡੀਕੇਸ਼ਨ ਹੋਏਗੀ ਨਾ 100% ਹੋਏਗੀ, ਤਾਂ ਫਿਰ ਉਸ ਦਾ ਰਿਜ਼ਲਟ ਵੀ 100% ਹੀ ਆਏ। ਮੇਰਾ ਭਾਰਤੀ ਸਵਾਲ ਫਿਰ ਉੱਥੇ ਆ ਗਿਆ ਹਾਂਜੀ ਕਿ ਮਤਲਬ ਇਹਨੂੰ ਤੁਸੀਂ ਸ਼ੁਰੂ ਕਰਨ ਵਾਸਤੇ ਤੁਹਾਨੂੰ ਕਿੱਥੋਂ ਗਿਆਨ ਮਿਲਿਆ ਜਾਂ ਕਿਹਦੀ ਗਾਈਡੈਂਸ ਸੀਗੀ, ਵੀ ਜਦੋਂ ਤੁਸੀਂ ਭਾਸ਼ਾ ਵਾਲੇ ਪਾਸੇ ਕਿਵੇਂ ਜੁੜੇ ਤਾਂ ਕਿਵੇਂ ਤੁਹਾਡੇ ਮਨ 'ਚ ਆਇਆ ਵੀ ਭਾਸ਼ਾ, 3 ਭਾਸ਼ਾ ਨੂੰ ਇੱਕੇ ਵੇਲੇ ਕਿਵੇਂ ਸਿੱਖਿਆ ਜਾਵੇ ਔਰ ਕਿੱਦਾਂ ਇਸ ਬਾਰੇ ਗਿਆਨ ਪ੍ਰਾਪਤ ਕਰਿਆ ਜਾ ਸਕੇ, ਇਹ ਕਿਵੇਂ ਸ਼ੁਰੂ ਹੋਇਆ? ਇਹ ਜੀ ਜਿਵੇਂ 3 ਭਾਸ਼ਾਵਾਂ ਨੇ ਨਾ, 3 ਭਾਸ਼ਾਵਾਂ ਦੀ ਅੱਡ-ਅੱਡ ਕਹਾਣੀ ਹੈ। ਸਭ ਤੋਂ ਪਹਿਲਾਂ ਹਿੰਦੀ ਦੀ ਜੇ ਆਪਾਂ ਗੱਲ ਕਰੀਏ ਤਾਂ ਮੈਂ ਬਿਲਕੁਲ ਛੋਟਾ ਹੁੰਦਾ ਸੀ, ਤੁਸੀਂ ਹੈਰਾਨ ਹੋਵੋਗੇ ਕਿ ਤੀਸਰੀ ਕਲਾਸ ਦੇ ਵਿੱਚ ਸੀ ਮੈਂ। ਓਕੇ। ਤੀਸਰੀ ਕਲਾਸ ਦੇ ਬੱਚੇ ਨੂੰ ਤਾਂ ਆਪ ਹੀ ਥੋੜਾ ਬਹੁਤਾ ਪੜ੍ਹਨਾ ਲਿਖਣਾ ਆਉਂਦਾ ਹੈ। ਮੈਂ ਮੇਰੇ ਮਤਲਬ ਪਿਤਾ ਜੀ ਦੇ ਚਾਚਾ ਜੀ, ਮੈਂ ਬਾਬਾ ਜੀ ਕਹਿੰਦਾ ਸੀ ਉਹਨਾਂ ਨੂੰ, ਤਾਂ ਉਹਨਾਂ ਨੂੰ ਮੈਨੇ ਜਿਹੜਾ ਹੈਗਾ ਉਹ ਗੀਤਾ ਪੜ੍ਹ ਕੇ ਸੁਣਾਉਣੀ। ਓਕੇ। ਇੰਨੀ ਛੋਟੀ ਉਮਰ ਦੇ ਵਿੱਚ। ਮੇਰੇ ਮਾਤਾ ਜੀ ਸੀ, ਉਹਨਾਂ ਨੂੰ ਪੜ੍ਹਨਾ ਲਿਖਣਾ ਨਹੀਂ ਸੀ ਆਉਂਦਾ, ਮੈਂ ਆਪਣੀ ਕਾਪੀ ਲੈ ਕੇ ਉਹਨਾਂ ਨੂੰ ਜਿਹੜਾ ਹੈਗਾ ਉਹ ਹਿੰਦੀ ਲਿਖਣੀ ਪੜ੍ਹਨੀ ਸਿਖਾਈ। ਹਿੰਦੀ ਦਾ ਤਾਂ ਸ਼ੁਰੂਆਤ ਜਿਹੜੀ ਹੈਗੀ ਉਹ ਬਚਪਨ ਤੋਂ, ਜਦੋਂ ਮੈਂ ਇੰਨੀ ਛੋਟੀ ਉਮਰ ਦੇ ਵਿੱਚ ਸੀ। ਓਕੇ। ਹਿੰਦੀ ਪੜ੍ਹਾਉਣ ਦਾ ਤਾਂ ਸਿਲਸਿਲਾ ਉਦੋਂ ਤੋਂ ਸ਼ੁਰੂ ਹੋਇਆ। ਠੀਕ। ਜਿਹੜਾ ਪੰਜਾਬੀ ਨੂੰ ਹੋਰ ਅੱਗੇ ਵਿਸਤਾਰ ਦੇਣਾ ਹੈਗਾ, ਉਹ ਮੈਂ ਤੁਹਾਨੂੰ ਦੱਸਿਆ ਵੀ ਉਹ ਜਿਹੜੇ ਬਸਤੀਆਂ ਦੇ ਵਿੱਚ ਬਾਲ ਸੰਸਕਾਰ ਕੇਂਦਰ ਹੈਗੇ, ਉਦੋਂ ਫਿਰ ਪੰਜਾਬੀ ਦਾ ਵਿਸਤਾਰ ਜਿਹੜਾ ਹੈਗਾ ਉਹ। ਅੰਗਰੇਜ਼ੀ ਨੂੰ ਇਹਦੇ ਵਿੱਚ ਨਾਲ ਕਰਨ ਦਾ ਕੀ ਹੈ ਵੀ ਇੱਕ ਮੇਰੇ ਨੌਨ ਫੈਮਿਲੀ ਹੈਗੀ ਹੈ, ਉਹਨਾਂ ਦੀ ਨੂੰਹ ਜਿਹੜੀ ਹੈਗੀ ਉਹ ਫੋਰਨ ਤੋਂ ਆਈ, ਅੰਗਰੇਜ਼ਨ ਸੀ। ਓਕੇ। ਉਸ ਨੂੰ ਅੰਗਰੇਜ਼ੀ ਹੀ ਆਉਂਦੀ ਸੀ, ਇਸ ਤੋਂ ਇਲਾਵਾ ਨਾ ਹਿੰਦੀ ਆਉਂਦੀ ਸੀ ਨਾ ਪੰਜਾਬੀ ਆਉਂਦੀ ਸੀ। ਤਾਂ ਉਹ ਫੈਮਿਲੀ ਰਿਲੇਸ਼ਨ ਸੀ। ਤਾਂ ਉਹਨਾਂ ਦੇ ਜਿਹੜੀ ਉਹਦੀ ਸੱਸ ਸੀ ਉਹ ਆਪਣੇ ਇੱਥੇ ਪੰਜਾਬੀ ਸੀ। ਉਹਨੇ ਮੈਨੂੰ ਅਪਰੋਚ ਕੀਤਾ, ਕਹਿੰਦੇ ਸਰ ਵੀ ਹੋਰ ਮੈਨੂੰ ਕੋਈ ਐਸਾ ਰਸਤਾ ਨਹੀਂ ਨਜ਼ਰ ਆਉਂਦਾ ਵੀ ਅਸੀਂ ਉਹਦੇ ਸਾਹਮਣੇ ਪੰਜਾਬੀ ਦੇ ਵਿੱਚ ਹੱਸਦੇ ਖੇਡਦੇ ਹਾਂ, ਗੱਲਾਂ ਕਰਦੇ ਹਾਂ, ਲੇਕਿਨ ਉਹ ਬਲੈਂਕ ਫੇਸ ਦੇ ਨਾਲ ਬਿਲਕੁਲ ਬਸ ਐਵੇਂ ਬੈਠੀ ਰਹਿੰਦੀ ਹੈ। ਉਸ ਨੂੰ ਗੱਲ ਕੁਝ ਸਮਝ ਹੀ ਨਹੀਂ ਆਉਂਦੀ ਤਾਂ ਉਹ ਕਿੱਥੇ ਕਰੇਗੀ, ਇੰਜੋਏ ਨਹੀਂ ਕਰ ਸਕਦੀ। ਹਾਂਜੀ। ਤਾਂ ਵੀ ਕਿਰਪਾ ਕਰਕੇ ਤੁਸੀਂ ਇਸ ਨੂੰ ਜਿਹੜਾ ਹੈਗਾ ਉਹ ਪੰਜਾਬੀ ਸਿਖਾਓ, ਹਿੰਦੀ ਪੰਜਾਬੀ ਜਿਹੜੀ ਹੈਗੀ ਉਹ ਸਿਖਾਓ। ਮੈਂ ਕਹਿੰਦੀ ਸਭ ਤੋਂ ਪਹਿਲਾਂ ਆਪਾਂ ਜਿਹੜਾ ਹੈਗਾ ਇੱਕ ਲੈਂਗੁਏਜ ਸ਼ੁਰੂ ਕਰਦੇ ਹਾਂ। ਜਿਵੇਂ ਤੁਹਾਡੀ ਪੰਜਾਬੀ ਦੀ ਜ਼ਿਆਦਾ ਨੈਸੈਸਿਟੀ, ਆਪਾਂ ਪੰਜਾਬੀ ਨੂੰ ਲੈਂਦੇ ਹਾਂ ਨਾਲ, ਇੰਗਲਿਸ਼ ਦਾ ਪੰਜਾਬੀ ਦੇ ਨਾਲ ਫਿਰ ਉਦੋਂ ਤਾਲਮੇਲ ਤੈਅ ਕੀਤਾ ਔਰ ਤੁਸੀਂ ਹੈਰਾਨ ਹੋਵੋਗੇ ਕਿ ਬਹੁਤ ਤੇਜ਼ੀ ਦੇ ਨਾਲ ਜੀ ਉਸ ਨੇ ਜਿਹੜਾ ਹੈਗਾ ਉਹ ਪੰਜਾਬੀ ਨੂੰ ਇਸ ਸਿਸਟਮ ਦੇ ਰਾਹੀਂ ਹੀ ਸਮਝਿਆ ਔਰ ਸਿੱਖ ਗਿਆ। ਜਿਹੜੀ ਇਹ ਤੁਹਾਡਾ ਪੰਜਾਬ ਦੇ ਵਿੱਚ ਤਾਂ ਚਲੋ ਚੱਲੀ ਕਾਫੀ, ਇਹ ਇੰਟਰਨੈਸ਼ਨਲ ਲੈਵਲ ਤੱਕ ਵੀ ਮਤਲਬ ਤੁਹਾਡੀ ਬੁੱਕ ਗਈ ਆ। ਹਾਂਜੀ। ਤੁਹਾਡਾ ਇੰਟਰਨੈਸ਼ਨਲ ਲੈਵਲ 'ਤੇ ਕੀ ਤਜਰਬਾ ਰਿਹਾ? ਉਹ ਇਸ ਤਰ੍ਹਾਂ ਹੈ ਜੀ ਕਿ ਮੇਰੇ ਇੱਕ ਮਿੱਤਰ ਹੈ ਸ਼੍ਰੀ ਸੁਸ਼ੀਲ ਕੁਮਾਰ ਆਜ਼ਾਦ ਜੀ। ਓਕੇ। ਉਹ ਇੱਥੇ ਪਟਿਆਲੇ KV1 ਸਕੂਲ ਦੇ ਵਿੱਚ ਟੀਚਰ ਸੀ। ਠੀਕ ਹੈ। ਉਹਨਾਂ ਦੇ ਨਾਲ ਮੇਰਾ ਬਹੁਤ ਪਿਆਰ ਸੀ ਕਿਉਂਕਿ ਉਹ ਰਾਈਟਰ, ਉਹ ਵੀ ਬਹੁਤ ਅੱਛੇ ਹੈਗੇ ਹੈ, ਥੋੜ੍ਹਾ ਬਹੁਤਾ ਮੈਂ ਵੀ ਲਿਖ ਲੈਂਦਾ। ਤਾਂ ਔਰ ਕਵੀ ਸੰਮੇਲਨਾਂ ਵਗੈਰਾ 'ਚ ਸਾਡੇ ਮੁਲਾਕਾਤ ਹੋਣੀ, ਤਾਂ ਮੈਨੂੰ ਪਤਾ ਲੱਗਿਆ ਕਿ ਉਹਨਾਂ ਦੀ ਪੋਸਟਿੰਗ ਜਿਹੜੀ ਹੈਗੀ ਮਾਸਕੋ ਦੇ ਵਿੱਚ ਹੋ ਗਈ। ਓਕੇ। ਮਾਸਕੋ ਦੇ ਵਿੱਚ ਆਪਣਾ ਜਿਹੜਾ ਹੈਗਾ ਭਾਰਤੀ ਰਾਜਦੂਤਾਵਾਸ ਦਾ ਇੱਕ ਸਕੂਲ ਖੋਲ੍ਹਿਆ ਹੋਇਆ। ਅੱਛਾ ਜੀ। ਤੇ ਉਹ ਸਕੂਲ ਦੇ ਵਿੱਚ ਉਹਨਾਂ ਦੀ ਐਜ਼ ਹਿੰਦੀ ਟੀਚਰ ਪੋਸਟਿੰਗ ਹੋ ਗਈ। ਇੱਕ ਮਨ ਦੇ ਵਿੱਚ ਉਹਨਾਂ ਦੇ ਵੀ ਇੱਕ, ਕਿਉਂਕਿ ਨਵਾਂ ਹਾਲਾਤ ਸੀ ਤਾਂ ਵੀ ਉੱਥੇ ਜਾ ਕੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਪੜ੍ਹਾਉਣਾ। ਫਿਰ ਮੈਂ ਉਹਨਾਂ ਨੂੰ ਕੀ ਕੀਤਾ, ਮੈਂ ਆਪਣੀ ਇਹ ਜਿਹੜੀ 3-in-1 ਮੈਜਿਕ ਕਿਤਾਬ ਜੋ ਸਾਡੀ ਨੈਸ਼ਨਲ ਵਰਜ਼ਨ ਸੀ ਸਟੇਟ ਵਾਸਤੇ, ਮੈਂ ਉਹਨਾਂ ਨੂੰ ਉਹ ਦਿੱਤਾ। ਮੈਂ ਕਿਹਾ ਤੁਸੀਂ ਇਹ ਬੁੱਕ ਲੈ ਕੇ ਚੱਲੋ। ਈਵਨ ਕਿ ਉੱਥੇ 15 ਦੇ ਕਰੀਬ ਹੋਰ ਟੀਚਰਸ ਦੇ ਵਾਸਤੇ ਵੀ ਮੈਂ ਬੁੱਕਸ ਉਹਨਾਂ ਨੂੰ ਭੇਂਟ ਕੀਤੀਆਂ। ਓਕੇ। ਕਿ ਤੁਸੀਂ ਉੱਥੇ ਜਾਓ, ਉੱਥੇ ਜਾ ਕੇ ਤੁਸੀਂ ਜਿਹੜਾ ਹੈਗਾ ਇਸ ਸਿਸਟਮ ਦੇ ਨਾਲ, ਇਹ ਰਸ਼ੀਅਨ ਦੇ ਨਾਲ ਤਾਲਮੇਲ ਸਥਾਪਿਤ ਕਰਨਾ ਤੁਹਾਨੂੰ ਬਹੁਤ ਈਜ਼ੀ ਹੋ ਜਾਏਗਾ। ਤਾਂ ਉਹ ਜਦ ਗਏ ਉੱਥੇ ਤਾਂ ਉਹਨਾਂ ਨੇ ਦੇਖਿਆ, ਫਿਰ ਉਹਨਾਂ ਨੇ ਕਿਹਾ ਵੀ ਇਹ ਤਾਂ ਬਹੁਤ ਸ਼ਾਨਦਾਰ ਹੈ। ਉੱਥੇ ਦੇ ਲੋਕਾਂ ਨੇ ਵੀ ਇਸ ਨੂੰ ਬੜਾ ਐਪਰੀਸ਼ੀਏਟ ਕੀਤਾ। ਓਕੇ। ਫਿਰ ਇਸ ਦਾ ਇੰਟਰਨੈਸ਼ਨਲ ਵਰਜ਼ਨ ਜਿਹੜਾ ਹੈਗਾ ਉਹ ਅਸੀਂ ਛਾਪਿਆ ਤੇ ਆਪਣਾ 2018 ਦੇ ਵਿੱਚ ਉੱਥੇ ਦੀ ਇੱਕ ਸੰਸਥਾ ਹੈਗੀ ਹੈ ਪੰਜਾਬੀ ਸਭਾ। ਓਕੇ। ਤਾਂ ਉਹਨਾਂ ਨੇ ਜਿਹੜਾ ਹੈਗਾ ਉੱਥੇ ਵਿਸਾਖੀ ਦਾ ਪ੍ਰੋਗਰਾਮ ਕੀਤਾ ਬਹੁਤ ਸ਼ਾਨਦਾਰ, ਤੇ ਉਹਨਾਂ ਦੇ ਜਿਹੜੇ ਪ੍ਰਧਾਨ ਹੈਗੇ ਆ ਪ੍ਰਬੋਧ ਜੀ, ਤਾਂ ਉਹਨਾਂ ਨੇ ਮੈਨੂੰ ਆਮੰਤਰਿਤ ਕੀਤਾ। ਤੇ ਆਪਣੇ ਜਿਹੜੇ ਉੱਥੇ ਦੇ ਭਾਰਤੀ ਰਾਜਦੂਤਾਵਾਸ ਦੇ ਐਜੂਕੇਸ਼ਨ ਮਿਨਿਸਟਰ ਹੈ ਸ਼੍ਰੀ ਆਲੋਕ ਰਾਜ ਜੀ, ਉਹਨਾਂ ਨੇ ਫਿਰ ਮੇਰੀ ਉਹ ਇੰਟਰਨੈਸ਼ਨਲ ਜਿਹੜੀ ਬੁੱਕ ਸੀ 3-in-1 ਉਸ ਦਾ ਜਿਹੜਾ ਹੈਗਾ ਉਹਨਾਂ ਨੇ ਵਿਮੋਚਨ ਵੀ ਕੀਤਾ। ਗੁੱਡ। ਬਹੁਤ ਅੱਛਾ ਐਕਸਪੀਰੀਅੰਸ ਹੈ। ਆਪਣੇ ਪੰਜਾਬ ਦੇ ਵਿੱਚ ਕਿੰਨੀ ਕੁ ਪ੍ਰਚਲਿਤ ਹੋਈ ਇਹ ਬੁੱਕ, ਕਿੰਨੇ ਕੁ ਲੋਕਾਂ ਨੇ ਇਹਦਾ ਫਾਇਦਾ ਲਿਆ, ਕੀ ਤੁਹਾਡੇ ਹਿਸਾਬ ਨਾਲ ਮਤਲਬ ਕਾਫੀ ਕਾਮਯਾਬ ਰਹੀ? ਹਾਂ, ਇਹ ਇੱਦਾਂ ਹੈ ਜੀ, ਕਿਉਂਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਇਹ ਸਿਸਟਮ ਹੀ ਇੰਨਾ ਵਧੀਆ ਡਿਵੈਲਪ ਹੋ ਗਿਆ ਸੀਗਾ, ਤਾਂ ਬਹੁਤ ਲੋਕਾਂ ਨੇ ਇਸ ਨੂੰ ਐਪਰੀਸ਼ੀਏਟ ਕੀਤਾ। ਔਰ ਤੁਸੀਂ ਹੈਰਾਨ ਹੋਵੋਗੇ ਕਿ
ਸਾਡੇ ਕਈ ਸੰਪਰਕ ਦੇ ਜਿਹੜੇ ਟੀਚਰਸ ਸੀ ਉਹਨਾਂ ਨੇ ਤਾਂ ਇਸ ਦੇ ਕੁਝ ਮੇਨ ਪੇਜ ਜਿੱਥੇ ਤਾਲਮੇਲ ਸੀ ਭਾਸ਼ਾਵਾਂ ਦਾ ਉਹਦੀ ਫੋਟੋ ਸਟੇਟ ਕਰਾ ਕੇ ਉਹਦੀ ਲੈਮੀਨੇਸ਼ਨ ਕਰਾ ਕੇ ਬੱਚਿਆਂ ਨੂੰ ਦਿੱਤੀ ਓਕੇ ਕਿ ਤੁਸੀਂ ਇਸ ਨੂੰ ਜਿਹੜਾ ਹੈਗਾ ਉਹ ਇਹਦੇ ਵਿੱਚ ਉਹਦੀ ਪ੍ਰੈਕਟਿਸ ਕਰੋ ਔਰ ਬੜੇ ਵਧੀਆ ਤਰੀਕੇ ਦੇ ਨਾਲ ਤੁਸੀਂ ਤਿੰਨੋਂ ਭਾਸ਼ਾਵਾਂ ਸਿੱਖ ਜਾਓਗੇ। ਕੀ ਇਸ ਬੁੱਕ ਨੂੰ ਸਰਕਾਰੀ ਜਾਂ ਪ੍ਰਾਈਵੇਟ ਸਕੂਲਾਂ ਨੇ ਕਿਸੇ ਨੇ ਮਤਲਬ ਆਪਣੇ ਸਿਲੇਬਸ ਚ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ? ਐਸਾ ਹੈ ਜੀ ਕਿ ਜਿਹੜਾ ਆਪਣਾ ਐਜੂਕੇਸ਼ਨ ਸਿਸਟਮ ਹੈਗਾ ਜੀ ਉਸ ਦੇ ਵਿੱਚ ਕਿਸੇ ਇੱਕ ਭਾਸ਼ਾ ਨੂੰ ਲੈ ਕੇ ਕੇਂਦਰਿਤ ਹੋ ਕੇ ਪਲੈਨਿੰਗ ਬਣਦੀ। ਓਕੇ ਲੇਕਿਨ ਮੇਰਾ ਜਿਹੜਾ ਇਹ ਸਿਸਟਮ ਹੈ ਇਸ ਦੇ ਵਿੱਚ ਤਿੰਨ ਭਾਸ਼ਾਵਾਂ ਨੇ। ਤੁਸੀਂ ਹੈਰਾਨ ਹੋਵੋਗੇ ਕਿ ਮੈਂ ਇੱਕ ਨਾਰਮਲ ਟੀਚਰ ਹਾਂ, ਘਰੇਲੂ ਜ਼ਿੰਮੇਵਾਰੀਆਂ ਵੀ ਨੇ ਜਿਨ੍ਹਾਂ ਨੂੰ ਮੈਨੂੰ ਨਿਭਾਉਣਾ ਹੁੰਦਾ ਹੈ, ਤਾਂ ਇਹ ਕਿਤਾਬਾਂ ਲਿਖਣ ਵਾਸਤੇ ਤਾਂ ਪ੍ਰਮਾਤਮਾ ਨੇ ਦਿਮਾਗ ਦਿੱਤਾ, ਲੇਕਿਨ ਜੇ ਇਹਨਾਂ ਨੂੰ ਛਪਾਉਣਾ ਹੋਵੇ ਤਾਂ ਉਹਦੇ ਵਾਸਤੇ ਪੈਸਿਆਂ ਦੀ ਲੋੜ ਬਿਲਕੁਲ ਪੈਸਿਆਂ ਦੀ ਲੋੜ ਹੁੰਦੀ ਹੈ। ਇਕਨੋਮਿਕਲੀ ਮੈਨੂੰ ਪ੍ਰੋਬਲਮ ਫੇਸ ਕਰਨੀ ਪਈ। ਮੇਰੇ ਮਨ ਦੇ ਵਿੱਚ ਸੀ ਕਿ ਐਡੀ ਵਧੀਆ ਸਿਸਟਮ ਬਣ ਗਿਆ ਤਾਂ ਕਿਉਂ ਨਾ ਇਸ ਨੂੰ ਜਿਹੜਾ ਹੈਗਾ ਉਹ ਰਾਜ ਸਰਕਾਰ ਵੱਲੋਂ ਕਿਸੇ ਤਰ੍ਹਾਂ ਦਾ ਉਹ ਹੋਵੇ ਜਾਂ ਯੂਨੀਵਰਸਿਟੀ ਵੱਲੋਂ ਹੋਏ। ਮੈਂ ਇੱਥੇ ਭਾਸ਼ਾ ਵਿਭਾਗ ਦੇ ਵਿੱਚ ਵੀ ਗਿਆ, ਯੂਨੀਵਰਸਿਟੀ ਦੇ ਵਿੱਚ ਵੀ ਗਿਆ, ਪੰਜਾਬੀ ਯੂਨੀਵਰਸਿਟੀ 'ਚ ਵੀ ਗਿਆ, ਲੇਕਿਨ ਜਦੋਂ ਮੈਂ ਉੱਥੇ ਗਿਆ ਤਾਂ ਉਹਨਾਂ ਨੇ ਕਿਹਾ ਹਰ ਬੰਦੇ ਨੇ, ਚਾਹੇ ਉਹ ਡਾਇਰੈਕਟਰ ਹੈ ਚਾਹੇ ਉਹ ਪ੍ਰੋਫੈਸਰ ਹੈ, ਸਭ ਨੇ ਇਸ ਦੀ ਬੜੀ ਤਾਰੀਫ ਕੀਤੀ, ਬਹੁਤ ਸ਼ਾਨਦਾਰ ਸਿਸਟਮ ਹੈ। ਮੈਂ ਕਿਹਾ ਜੀ ਜੇ ਤੁਹਾਨੂੰ ਸ਼ਾਨਦਾਰ ਸਿਸਟਮ ਲੱਗਦਾ ਤੁਸੀਂ ਇਸ ਨੂੰ ਅਡਾਪਟ ਕਰ ਲਓ ਤਾਂ ਕਿ ਮੈਕਸਿਮਮ ਬੰਦਿਆਂ ਨੂੰ ਇਸ ਦਾ ਬੈਨੀਫਿਟ ਹੋਵੇ। ਉਹ ਕਹਿੰਦੇ ਗੱਲ ਇੱਦਾਂ ਹੈ ਕਿ ਬਹੁਤ ਸ਼ਾਨਦਾਰ ਸਿਸਟਮ ਹੋਣ ਦੇ ਬਾਵਜੂਦ ਵੀ ਅਸੀਂ ਇਸ ਨੂੰ ਅਡਾਪਟ ਇਸ ਕਰਕੇ ਨਹੀਂ ਕਰ ਸਕਦੇ ਕਿ ਜੇ ਹਿੰਦੀ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਹਿੰਦੀ ਡਿਪਾਰਟਮੈਂਟ ਇਹਨੂੰ ਅਡਾਪਟ ਕਰੇ ਤਾਂ ਫਿਰ ਇਹਦੇ ਵਿੱਚ ਪੰਜਾਬੀ ਵੀ ਹੈਗੀ ਹੈ। ਬਿਲਕੁਲ ਜੇ ਆਪਾਂ ਪੰਜਾਬੀ ਡਿਪਾਰਟਮੈਂਟ ਸੋਚੀਏ ਤਾਂ ਇਸ 'ਚ ਇੰਗਲਿਸ਼ ਵੀ ਹੈਗੀ ਹੈ। ਤਾਂ ਇਹ ਕਿਸੇ ਇੱਕ ਡਿਪਾਰਟਮੈਂਟ ਦੇ ਨਾਲ ਰਿਲੇਟਡ ਨਹੀਂ। ਮੈਂ ਕਿ ਤਿੰਨੋਂ ਡਿਪਾਰਟਮੈਂਟ ਰਲ ਕੇ ਕੁਝ ਕਰ ਨਹੀਂ। ਦੇਖੋ ਤੁਸੀਂ ਕਿੰਨੀ ਬਦਕਿਸਮਤੀ ਹੈ ਪੰਜਾਬ ਦੀ ਕਿ ਹੁਣੇ ਥੋੜੇ ਦਿਨ ਪਹਿਲਾਂ ਹੀ ਸੁਣਿਆ ਹੋਵੇਗਾ ਕਿ ਜਿਹੜਾ ਮੈਥ ਆ ਜਾਂ ਹਿਸਾਬ ਕਹਿੰਦੇ ਆਪਾਂ ਉਹ ਅੰਗਰੇਜ਼ੀ 'ਚ ਪੜ੍ਹਾਇਆ ਜਾਊਗਾ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ, ਪਹਿਲੀ ਕਲਾਸ ਦੇ ਬੱਚਿਆਂ ਨੂੰ। ਬੇਸ਼ੱਕ ਉਹ ਵਾਪਸ ਲੈ ਲਿਆ ਸਰਕਾਰ ਨੇ, ਕੋਈ ਆਲਾ ਅਫਸਰਾਂ ਨੂੰ ਸਸਪੈਂਡ ਵੀ ਕਰਿਆ ਉਹਦੇ ਵਿੱਚ, ਪਰ ਇਹ ਜਿਹੜੀ ਕਿਤਾਬ ਆ ਸਾਡੀ ਇਹ ਤਾਂ ਪੰਜਾਬੀ ਵੀ ਸਿਖਾਉਂਦੀ ਆ, ਹਿੰਦੀ ਵੀ ਸਿਖਾਉਂਦੀ ਆ, ਅੰਗਰੇਜ਼ੀ ਵੀ ਸਿਖਾਉਂਦੀ ਆ। ਉਹ ਤਾਂ ਇੱਥੋਂ ਤੱਕ ਪਹੁੰਚ ਕਰ ਰਹੇ ਤੇ ਕਿ ਵੀ ਅੰਗਰੇਜ਼ੀ 'ਚ ਅਸੀਂ ਇਕੱਲਾ ਹਿਸਾਬ ਸਿਖਾਈਏ। ਇਹ ਕਿਤਾਬ ਤਾਂ ਮਤਲਬ ਉਹਨੂੰ ਅਡਾਪਟ ਕਰਨੀ ਬਣਦੀ ਸੀ। ਸਰ ਮੈਂ ਬਹੁਤ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਇਸ ਪੁਆਇੰਟ ਨੂੰ ਚੁੱਕਿਆ ਹੈਗਾ। ਬੇਸਿਕਲੀ ਇਸ ਦੇ ਵਿੱਚ ਮੇਰੀ ਜਿਹੜੀ ਇਹ ਕਿਤਾਬ ਹੈਗੀ ਹੈ, ਇਸ ਕਿਤਾਬ ਦੇ ਵਿੱਚ ਮੈਂ ਗਿਣਤੀ, ਪਹਾੜੇ, ਜੋੜ, ਘਟਾਓ ਔਰ ਜਿਹੜਾ ਇੰਡੀਅਨ ਸਿਸਟਮ ਹੈ ਉਹ, ਪੰਜਾਬੀ ਸਿਸਟਮ ਹੈ ਉਹ ਔਰ ਇੰਗਲਿਸ਼ ਸਿਸਟਮ ਹੈ ਉਹ, ਇਹ ਤਿੰਨਾਂ ਦੇ ਵਿੱਚ ਗਿਣਤੀ ਨੂੰ ਕਿੱਥੇ ਤੱਕ, ਜਿਵੇਂ ਆਪਾਂ ਕਰਦੇ ਨਾ ਇਕਾਈ, ਦਹਾਈ, ਸੈਂਕੜਾ, ਹਜ਼ਾਰ, 10,000, ਲੱਖ, ਤਾਂ ਤੁਸੀਂ ਇਹ ਦੇਖੋ ਆਮ ਕਿਸੇ ਬੰਦੇ ਨੂੰ ਜੇ ਆਪਾਂ ਪੁੱਛੀਏ ਕਿ ਗਿਣਤੀ ਕਿੱਥੇ ਤੱਕ ਹੁੰਦੀ ਹੈ ਤਾਂ ਉਹ ਕਹਿੰਦਾ ਵੀ ਵੱਧ ਤੋਂ ਵੱਧ ਕਰੋੜ ਜਾਂ ਚਲੋ ਅਰਬ ਜਾਂ ਖਰਬ, ਬਸ ਉੱਥੇ ਜਾ ਕੇ ਬ੍ਰੇਕ ਲੱਗ ਜਾਂਦੀ ਹੈ। ਤੁਸੀਂ ਹੈਰਾਨ ਹੋਵੋਗੇ ਕਿ ਜਿਹੜੀ ਮੇਰੀ 3-in-1 ਮੈਜਿਕ ਹੈ ਬੁੱਕ, ਇਸ ਦੇ ਵਿੱਚ ਅਰਬ, 10 ਅਰਬ, ਖਰਬ, 10 ਖਰਬ, ਨੀਲ, 10 ਨੀਲ, ਪਦਮ, 10 ਪਦਮ, ਸ਼ੰਖ, 10 ਸ਼ੰਖ, ਇੱਥੇ ਤੱਕ ਵੀ ਇਸ ਦਾ ਵਿਸਤਾਰ ਕੀਤਾ ਗਿਆ। ਲੋਕੀ ਬੜੇ ਹੈਰਾਨ ਹੋਏ, ਕਹਿੰਦੇ ਸਰ ਤੁਸੀਂ ਇਹ ਕਿੱਥੋਂ? ਮੈਂ ਕਿਹਾ ਵੀ ਸਾਡਾ ਭਾਰਤ ਬਹੁਤ ਮਹਾਨ ਹੈ, ਸਾਡੇ ਵੇਦਾਂ ਦੇ ਵਿੱਚ ਤਾਂ ਏਡੀ ਜ਼ਿਆਦਾ ਨੌਲੇਜ ਦਿੱਤੀ ਹੋਈ ਹੈ ਕਿ ਚਾਹੇ ਉਹ ਨਾਸਾ ਹੋਵੇ ਚਾਹੇ ਕੋਈ ਹੋਰ, ਉਹ ਸਾਰੇ ਦੇ ਸਾਰੇ ਸਾਡੇ ਵੇਦਾਂ ਦੇ ਵਿੱਚ ਦੀਆਂ ਰਿਚਾਵਾਂ ਦੇ ਵਿੱਚੋਂ ਦੀ ਲੈ ਕੇ ਨੌਲੇਜ ਅੱਜ ਉਹ ਰਿਸਰਚ ਕਰਦੇ ਨੇ ਔਰ ਫਿਰ ਕਹਿੰਦੇ ਨੇ ਇਹ ਗੱਲ ਬਿਲਕੁਲ ਠੀਕ ਹੈ, ਇਹ ਗੱਲ ਬਿਲਕੁਲ ਠੀਕ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਤੁਸੀਂ ਅੱਜ ਇਸ ਨੂੰ ਠੀਕ ਕਹਿ ਰਹੇ ਹੋ, ਅਸੀਂ ਤਾਂ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਆਪਣੇ ਵੇਦਾਂ ਦੇ ਵਿੱਚ, ਉਪਨਿਸ਼ਦਾਂ ਦੇ ਵਿੱਚ ਸਾਰੀ ਡਿਟੇਲ ਦਿੱਤੀ ਹੋਈ ਹੈ। ਮੋਰਓਵਰ ਜਿਹੜਾ ਹੈ, ਜਿਹੜਾ ਤੁਸੀਂ ਇੱਕ ਕਿਤਾਬ ਛਾਪੀ ਆ, ਜਿਹੜੀ ਇਹ ਕਿਤਾਬ ਦੇ ਵਿੱਚ ਤਾਂ ਉਹਦਾ ਕੋਈ ਫਰਕ ਨਹੀਂ ਵੀ ਅੰਗਰੇਜ਼ੀ 'ਚ ਆ ਜਾਂ ਪੰਜਾਬੀ ਜਾਂ ਹਿੰਦੀ 'ਚ, ਤਿੰਨੇ ਲੈਂਗੁਏਜ 'ਚ ਬਰਾਬਰ ਸਿਖਾਉਂਦੀ ਆ। ਬਿਲਕੁਲ ਮੈਂ ਇਸ ਤਾਂ ਹੀ ਤਾਂ ਹੈ ਨਾ ਜੀ, ਜਿਹੜਾ ਇਹ ਇਸ ਨੂੰ ਕਹਿੰਦਾ ਟ੍ਰਾਈਲਿੰਗੁਅਲ ਕੰਪੈਰੇਟਿਵ ਨੌਲੇਜ ਡਿਵੈਲਪਿੰਗ ਸਿਸਟਮ, ਕਿ ਇਹਦੇ ਵਿੱਚ ਕੰਪੈਰੀਜ਼ਨ ਵੀ ਹੈ, ਇਹਦੇ ਵਿੱਚ ਨੌਲੇਜ ਵੀ ਹੈ, ਉਸ ਨੂੰ ਡਿਵੈਲਪ ਵੀ ਕਰਨਾ ਔਰ ਇੱਕ ਸਿਸਟਮ ਹੈ। ਬਿਲਕੁਲ। ਤਾਂ ਇਸ ਤਰੀਕੇ ਦੇ ਨਾਲ ਇਹ ਬਹੁਤ ਸ਼ਾਨਦਾਰ ਤਰੀਕੇ ਦੇ ਨਾਲ ਵਰਕ ਕਰਦਾ ਹੈ। ਤੇ ਇਸ ਤਰ੍ਹਾਂ ਹੈ ਜੀ, ਮੈਂ ਤੁਹਾਨੂੰ ਇੱਕ ਇਨਸੀਡੈਂਟ ਦੱਸਣਾ ਚਾਹਾਂਗਾ। ਇੱਕ ਆਸਟ੍ਰੇਲੀਆ ਤੋਂ ਸ਼ਖਸ ਆਏ ਇੱਥੇ ਜੀ, ਤੇ ਚੰਗੀ ਏਜ ਸੀ ਉਹਨਾਂ ਦੀ, ਤਾਂ ਉਹ ਮੈਨੂੰ ਮਿਲੇ। ਮੈਂ ਉਹਨਾਂ ਨੂੰ ਆਪਣੀ ਕਿਤਾਬ ਜਿਹੜੀ ਹੈਗੀ ਆ ਉਹ ਦਿਖਾਈ ਜੀ। ਤਾਂ ਜਦੋਂ ਮੈਂ ਉਹਨਾਂ ਨੂੰ ਕਿਤਾਬ ਦਿਖਾਈ, ਉਹਨਾਂ ਨੇ ਕਿਤਾਬ ਨੂੰ ਦੇਖਿਆ, ਪੇਜ ਪਲਟੇ, ਉਹਨਾਂ ਦੀ ਅੱਖਾਂ 'ਚ ਪਾਣੀ ਆ ਗਿਆ।
ਓਕੇ। ਮੈਂ ਬੜਾ ਹੈਰਾਨ, ਮੈंने ਉਹਨਾਂ ਨੂੰ ਸਵਾਲ ਕੀਤਾ, ਮੈਂ ਕਿਹਾ ਬਜ਼ੁਰਗੋ ਵੀ ਤੁਸੀਂ ਇਹ ਕਿਤਾਬ ਦੇਖ ਕੇ, ਇੱਕ ਸਿੰਪਲ ਕਿਤਾਬ ਹੈ, ਤੇ ਤੁਸੀਂ ਇਸ ਨੂੰ ਦੇਖ ਕੇ ਤੁਹਾਡੀ ਅੱਖਾਂ 'ਚ ਪਾਣੀ ਆ ਗਿਆ, ਵੀ ਇਸ ਦਾ ਕੀ ਕਾਰਨ ਹੈ? ਉਹ ਮੈਨੂੰ ਕਹਿੰਦੇ ਅਸੀਂ ਜਿੰਨੇ ਵੀ ਬਾਹਰਲੇ ਮੁਲਕਾਂ ਦੇ ਵਿੱਚ ਰਹਿਣ ਵਾਲੇ ਲੋਕ ਆ, ਚਾਹੇ ਉਹ ਅਸੀਂ ਪੰਜਾਬੀ ਆ ਜਾਂ ਹੋਰ ਹੈਗੇ ਆ, ਸਾਡੀ ਜਿਹੜੀ ਮਾਤਰੀ ਭਾਸ਼ਾਵਾਂ ਹੈ ਉਹਨਾਂ ਤੋਂ ਅਸੀਂ ਦੂਰ ਹੁੰਦੇ ਚਲੇ ਜਾ ਰਹੇ ਹਾਂ, ਸਾਡੇ ਬੱਚੇ ਦੂਰ ਹੁੰਦੇ ਚਲੇ ਜਾ ਰਹੇ। ਬਿਲਕੁਲ। ਸਾਨੂੰ ਕਿਸੇ ਤਰ੍ਹਾਂ ਦਾ ਕੋਈ ਸਿਸਟਮ ਅਵੇਲੇਬਲ ਹੀ ਨਹੀਂ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਭਾਸ਼ਾ ਕਿਵੇਂ ਸਿਖਾਈਏ, ਭਾਸ਼ਾ ਹੈਗੀ ਆ ਪੰਜਾਬੀ, ਅਸੀਂ ਉਹ ਸਿਖਾ ਸਕੀਏ। ਓਕੇ। ਉਹ ਕਹਿੰਦੇ ਤੁਸੀਂ ਹੈਰਾਨ ਹੋਵੋਗੇ, ਕਹਿੰਦੇ ਤੁਹਾਡੀ ਇਹ ਮੁਲਾਕਾਤ ਤਾਂ ਮੈਨੂੰ ਐਵੇਂ ਲੱਗਦਾ ਜਿਵੇਂ ਵਾਹਿਗੁਰੂ ਨੇ ਸਾਡੀ ਆਪਸ ਦੇ ਵਿੱਚ ਮੁਲਾਕਾਤ ਕਰਾਈ ਹੋਵੇ। ਕਹਿੰਦੇ ਮੈਂ ਆਸਟ੍ਰੇਲੀਆ ਤੋਂ ਸਪੈਸ਼ਲ ਜਦੋਂ ਇੱਥੇ ਆਇਆ ਤਾਂ ਮੈਂ ਇੱਕ ਐਸਾ ਸਿਸਟਮ ਲੈ ਕੇ ਜਾਣਾ ਚਾਹੁੰਦਾ ਸੀ ਕਿ ਆਪਣੇ ਜਿਹੜੇ ਪੁੱਤ ਪੋਤੇ ਹੈਗੇ ਆ ਉਹਨਾਂ ਨੂੰ ਪੰਜਾਬੀ ਦੇ ਨਾਲ ਜੋੜ ਸਕਾਂ। ਅੰਗਰੇਜ਼ੀ ਫਰ ਬੋਲਦੇ ਆ ਪਰ ਪੰਜਾਬੀ ਦੇ ਉੱਤੇ ਉਹਨਾਂ ਦੀ ਕੋਈ ਗੱਲ ਹੀ ਨਹੀਂ ਬਣਦੀ। ਤਾਂ ਕਹਿੰਦਾ ਮੈਂ ਇੱਥੇ ਭਾਸ਼ਾ ਵਿਭਾਗ ਦੇ ਵਿੱਚ ਵੀ ਗਿਆ, ਮੈਂ ਇੱਥੇ ਪੰਜਾਬ ਯੂਨੀਵਰਸਿਟੀ 'ਚ ਵੀ ਗਿਆ, ਦੂਸਰੀਆਂ ਯੂਨੀਵਰਸਿਟੀ 'ਚ ਵੀ ਦੇਖਿਆ, ਲੇਕਿਨ ਮੈਨੂੰ ਇਸ ਤਰ੍ਹਾਂ ਦਾ ਸ਼ਾਨਦਾਰ ਸਿਸਟਮ ਜਿਹੜਾ ਹੈਗਾ ਉਹ ਨਹੀਂ ਮਿਲਿਆ ਜੋ ਤੁਹਾਡੀ ਕਿਤਾਬ ਦੇ ਵਿੱਚ ਹੈ। ਉਹਨਾਂ ਨੇ ਮੈਨੂੰ 1000 ਰੁਪਇਆ ਦੇਣਾ ਚਾਹਿਆ ਕਿ ਤੁਸੀਂ ਇਹ ਮੈਨੂੰ ਪਲੀਜ਼ ਕਿਤਾਬ ਦੇ ਦਿਓ, ਤੁਸੀਂ 1000 ਰੁਪਇਆ ਲੈ ਲਓ ਜੀ। ਮੈंने ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਬਜ਼ੁਰਗੋ ਵੀ ਤੁਸੀਂ ਤਾਂ ਮੇਰੇ ਸਿਰ ਦੇ ਉੱਤੇ ਹੱਥ ਰੱਖ ਦਿਓ, ਮੇਰੇ ਵਾਸਤੇ ਇੰਨਾ ਹੀ ਬਹੁਤ ਹੈ ਵੀ ਜਿਸ ਮਕਸਦ ਨੂੰ ਲੈ ਕੇ ਮੈਂ ਚੱਲਿਆ ਹੋਇਆ ਉਹ ਮਕਸਦ ਅੱਗੇ ਵੱਧਦਾ ਚਲਾ ਜਾਏ। ਬਾਕੀ ਜਿੱਥੇ ਤੱਕ ਗੱਲ ਹੈ ਪੈਸੇ ਖਰਚਣ ਦੀ, ਤੁਸੀਂ ਇਹ ਕਿਤਾਬ ਲੈ ਜਾਓ, ਚਾਹੇ ਇਸ ਦੀਆਂ ਫੋਟੋ ਸਟੇਟ ਕਰਕੇ ਉੱਥੇ ਜਿੰਨੇ ਬੰਦੇ ਵੱਧ ਉਹਨਾਂ ਨੂੰ ਤੁਸੀਂ ਵੰਡ ਦਿਓ, ਉਹ ਅੱਗੇ ਪ੍ਰੈਕਟਿਸ ਕਰਕੇ ਆਪਣੀ ਮਾਤ ਭਾਸ਼ਾ ਸਿੱਖਦੇ ਰਹਿਣਗੇ। ਬਿਲਕੁਲ ਬਿਲਕੁਲ। ਤਾਂ ਇਸ ਤਰੀਕੇ ਦੇ ਨਾਲ ਪੰਜਾਬੀ ਜਿਹੜੀ ਹੈਗੀ ਹੈ ਉਸ ਦੀ ਜੜ ਵਿਦੇਸ਼ਾਂ ਦੇ ਵਿੱਚ ਇੰਨੇ ਸ਼ਾਨਦਾਰ ਤਰੀਕੇ ਦੇ ਨਾਲ ਮਜ਼ਬੂਤ ਹੋ ਸਕਦੀ ਹੈ। ਤਾਂ ਇਹਦਾ ਮੈਂ ਦੇਖਿਆ ਕਿ ਇੰਗਲੈਂਡ ਦੇ ਵਿੱਚ ਮੇਰੀ ਬੁੱਕ ਗਈ ਜੀ, ਉੱਥੇ ਲੋਕਾਂ ਨੇ ਬਹੁਤ ਪਸੰਦ ਕੀਤਾ ਇਸ ਨੂੰ। ਇਟਲੀ ਦੇ ਵਿੱਚ ਮੇਰੇ ਮਿੱਤਰ ਨੇ, ਉਹ ਇਹ ਬੁੱਕਸ ਲੈ ਕੇ ਗਏ ਔਰ ਉਹਨਾਂ ਨੇ ਜਿਹੜਾ ਹੈਗਾ ਉੱਥੇ ਮੈਕਸਿਮਮ ਸਰਕਲ ਦੇ ਵਿੱਚ ਬੁੱਕਸ ਨੂੰ ਇਹਨਾਂ ਨੂੰ ਦਿੱਤਾ ਔਰ ਉੱਥੇ ਦੇ ਲੋਕ ਬਹੁਤ ਖੁਸ਼ ਹੋਏ। ਉਹ ਕਹਿੰਦੇ ਜੀ ਤੁਸੀਂ ਸਾਨੂੰ ਜਿਹੜਾ ਹੈਗਾ ਇਹ ਬੁੱਕਸ ਭੇਜੋ ਤੇ ਅਸੀਂ ਜਿਹੜਾ ਹੈਗਾ ਇਹਨੂੰ ਅੱਗੇ ਦੀ ਅੱਗੇ ਉਹ ਕਰਾਂਗੇ। ਇੰਗਲੈਂਡ ਵਾਲਿਆਂ ਨੇ ਤਾਂ ਇੱਥੇ ਤੱਕ ਕਿਹਾ, ਕਹਿੰਦੇ ਵੀ ਅਸੀਂ ਵਿਸਾਖੀ ਦੇ ਮੌਕੇ ਦੇ ਉੱਤੇ ਗੁਰਦੁਆਰਿਆਂ ਦੇ ਵਿੱਚ ਸਟਾਲਾਂ ਲਗਾ ਦੇਵਾਂਗੇ। ਗੁੱਡ, ਵੈਰੀ ਗੁੱਡ। ਔਰ ਅਸੀਂ ਕਹਿੰਦੇ ਇਸ ਨੂੰ ਜਿਹੜਾ ਹੈਗਾ ਫ੍ਰੀ ਆਫ ਕਾਸਟ ਉਹਨਾਂ ਨੂੰ ਵੰਡਾਂਗੇ ਤਾਂ ਕਿ ਸਾਡੀ ਪੰਜਾਬੀ ਜਿਹੜੀ ਹੈਗੀ ਉਹ ਘਰ ਘਰ ਤੱਕ ਪਹੁੰਚੇ। ਬਿਲਕੁਲ ਬਿਲਕੁਲ। ਇਹੀ ਚੀਜ਼ ਜਿਹੜੀ ਹੈ ਨਾ, ਜੇ ਆਪਾਂ ਚਾਹੁੰਦੇ ਹਾਂ ਵੀ ਹੋਵੇ, ਜਿਵੇਂ ਬਾਹਰਲੇ ਦੇ ਲੋਕਾਂ ਨੇ ਸੋਚਿਆ, ਇੱਥੇ ਇਹ ਵੀ ਹੋਣੀ ਚਾਹੀਦੀ ਆ। ਅੱਛਾ ਭਾਰਤ ਜੀ, ਇੱਕ ਮੈਂ ਇਹਦੇ 'ਚ ਹੋਰ ਪੜ੍ਹਿਆ ਕਿ ਤੁਸੀਂ ਜਿੱਥੇ ਇੱਕੋ ਸਮੇਂ 3 ਲੈਂਗੁਏਜ ਨੂੰ ਪ੍ਰਮੋਟ ਕਰਨ ਦਾ ਜਾਂ ਸਿੱਖਣ ਦਾ ਉਪਰਾਲਾ ਕੀਤਾ, ਸਿਖਾਉਣ ਦਾ ਉਪਰਾਲਾ ਕੀਤਾ, ਤੁਸੀਂ ਇਸ ਤੋਂ ਅੱਗੇ ਇੱਕ ਹੋਰ ਕਦਮ ਪੁੱਟਿਆ ਕਿ ਵੀ ਤੁਸੀਂ ਇੰਟਰਨੈਸ਼ਨਲ ਲੈਵਲ 'ਤੇ ਵੀ ਕੀਤੀ ਆ ਕੋਸ਼ਿਸ਼ ਵੀ 4 ਭਾਸ਼ਾ ਨੂੰ ਸਿੱਖਿਆ ਜਾ ਸਕੇ, 5 ਨੂੰ ਸਿੱਖਿਆ ਜਾ ਸਕੇ, ਅੱਗੇ ਤੋਂ ਅੱਗੇ ਮਤਲਬ ਵੱਧ ਤੋਂ ਵੱਧ ਸਿੱਖਿਆ ਜਾ ਸਕੇ। ਇਹ ਤੁਸੀਂ ਇਹਦੇ 'ਚ ਮਤਲਬ ਇਸ ਤੋਂ ਬਾਅਦ ਇੱਕ 4-in-1 ਵੀ ਵਰਜਨ ਛਾਪਿਆ ਹੈਗਾ ਜਿਹਦੇ 'ਚ ਤੁਸੀਂ ਰਸ਼ੀਅਨ ਭਾਸ਼ਾ ਨੂੰ ਐਡ ਕੀਤਾ। ਉਹ ਕਿਵੇਂ ਸਬੱਬ ਬਣਿਆ ਜਾਂ ਉਹ ਕਿਵੇਂ ਕੀਤਾ ਤੁਸੀਂ, ਉਹਦੇ ਬਾਰੇ ਥੋੜਾ ਗਿਆਨ ਦਿਓ। ਉਹ ਇਸ ਤਰ੍ਹਾਂ ਹੈ ਜੀ ਕਿ ਜਿਵੇਂ ਮੈਂ ਇਹ ਦਿਖਾ ਰਿਹਾ, ਮੇਰੀ ਇਹ ਕਿਤਾਬ ਹੈਗੀ ਆ 4-in-1 ਮੈਜਿਕ ਜੀ, ਔਰ ਮੈਂ ਇਸ ਦੇ ਵਿੱਚ ਮੈਜਿਕ ਸ਼ਬਦ ਨੂੰ ਇਸ ਕਰਕੇ ਪਾਇਆ ਕਿ ਇਸ ਤਰ੍ਹਾਂ ਦਾ ਸਿਸਟਮ ਅੱਜ ਤੱਕ ਕਿਤੇ ਹੈ ਹੀ ਨਹੀਂ ਔਰ ਇੱਕ ਜਾਦੂਈ ਤਰੀਕੇ ਦੇ ਨਾਲ ਤੁਸੀਂ ਕੋਈ ਵੀ ਭਾਸ਼ਾ ਜਿਹੜੀ ਹੈਗੀ ਉਸ ਨੂੰ ਸਿੱਖ ਸਕਦੇ ਹੋ। ਤਾਂ ਇਸ ਕਿਤਾਬ ਦੇ ਵਿੱਚ ਇਹ ਤੁਸੀਂ ਹੈਰਾਨ ਹੋਵੋਗੇ ਕਿ ਦੁਨੀਆ ਦੀ ਪਹਿਲੀ ਕਿਤਾਬ ਹੈ ਇਹ 4-in-1 ਮੈਜਿਕ। ਬਿਲਕੁਲ ਪੂਰੀ ਦੁਨੀਆ ਦੀ ਇਹ ਪਹਿਲੀ ਕਿਤਾਬ ਹੈ ਜਿਸ ਦੇ ਵਿੱਚੋਂ ਤੁਸੀਂ ਹਿੰਦੀ, ਪੰਜਾਬੀ, ਅੰਗਰੇਜ਼ੀ ਤੇ ਰਸ਼ੀਅਨ 4 ਲੈਂਗੁਏजेस ਐਟ ਅ ਟਾਈਮ ਸਿੱਖ ਸਕਦੇ ਹੋ। ਬਹੁਤ ਸ਼ਾਨਦਾਰ, ਬਹੁਤ ਵੱਡਾ ਉਪਰਾਲਾ ਹੈ। ਦੁਨੀਆ ਦੀ ਪਹਿਲੀ ਕਿਤਾਬ ਹੈ ਇਹ। ਔਰ ਇਹ ਕਿਤਾਬ ਲਿਖਣ ਦਾ ਸਬਬ ਕਿਵੇਂ ਬਣਿਆ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਜਦ ਮੇਰੀ 3-in-1 ਦਾ ਇੰਟਰਨੈਸ਼ਨਲ ਵਰਜ਼ਨ ਜਿਹੜਾ ਹੈਗਾ ਜਦੋਂ ਉੱਥੇ ਰਿਲੀਜ਼ ਹੋਇਆ, ਉਸ ਤੋਂ ਬਾਅਦ ਮੇਰੇ ਮਿੱਤਰ ਸੁਸ਼ੀਲ ਕੁਮਾਰ ਆਜ਼ਾਦ ਜੀ ਔਰ ਇੱਕ ਉੱਥੇ ਬਹੁਤ ਹੀ ਸ਼ਾਨਦਾਰ ਸ਼ਖਸੀਅਤ ਦੇ ਮਾਲਕ ਹੈਗੇ ਜਿਨ੍ਹਾਂ ਦਾ ਨਾਮ ਹੈਗਾ ਡਾਕਟਰ ਰਾਮੇਸ਼ਵਰ ਸਿੰਘ। ਓਕੇ। ਰਾਮੇਸ਼ਵਰ ਸਿੰਘ ਜੀ ਦੀ ਔਰ ਸੁਸ਼ੀਲ ਜੀ ਦੀ ਐਸੀ ਇਕੁਏਸ਼ਨ ਹੈ ਕਿ ਉਹ ਦੋਨਾਂ ਨੇ ਉੱਥੇ ਹਿੰਦੀ ਨੂੰ ਬਹੁਤ ਉੱਪਰ ਪਹੁੰਚਾਉਣ ਵਾਸਤੇ ਰਲ ਕੇ ਬਹੁਤ ਸ਼ਾਨਦਾਰ ਕੰਮ ਕੀਤਾ। ਉਧਰ ਹਿੰਦੀ ਆਮ ਬੋਲੀ ਜਾਂਦੀ ਆ? ਨਹੀਂ, ਉੱਥੇ ਮੈਂ ਜਾ ਕੇ ਇੱਕ ਚੀਜ਼ ਨੂੰ ਦੇਖਿਆ ਕਿ ਅੰਗਰੇਜ਼ੀ ਨਾਲੋਂ ਵੀ ਜ਼ਿਆਦਾ ਰਸ਼ੀਅਨ ਲੋਕ ਹਿੰਦੀ ਨੂੰ ਪਿਆਰ ਬੋਲਦੇ ਨੇ। ਓਕੇ। ਹਿੰਦੀ ਨੂੰ ਪਿਆਰ ਕਰਦੇ ਆ, ਹਿੰਦੀ ਨੂੰ ਜਿਹੜਾ ਹੈਗਾ ਉਹ ਜਾਣਨਾ, ਸਿੱਖਣਾ, ਸਮਝਣਾ ਚਾਹੁੰਦੇ ਆ। ਇੱਕ ਗੱਲ ਮੈਂ ਤੁਹਾਡੀ ਪੁੱਛਣੀ ਸੀ, ਵਿੱਚ ਟੋਕ ਰਿਹਾ ਮੈਂ, ਇਹ ਮਤਲਬ ਰਸ਼ੀਆ ਦਾ ਇੱਕ ਤਜਰਬਾ ਮੈਂ ਥੋੜਾ ਪੁੱਛਣਾ ਚਾਹੁੰਦਾ ਕਿ ਉੱਥੇ ਲੋਕ ਅੰਗਰੇਜ਼ੀ ਨੂੰ ਜ਼ਿਆਦਾ ਤਰਜੀਹ ਦਿੰਦੇ ਨੇ ਜਿਵੇਂ ਸਾਡੇ ਇੰਡੀਆ 'ਚ ਦਿੰਦੇ ਨੇ, ਜਾਂ ਮਤਲਬ ਆਪਣੀ ਪਰਸਨਲ ਲੈਂਗੁਏਜ ਨੂੰ ਜ਼ਿਆਦਾ ਦਿੰਦੇ ਨੇ ਤੇ ਸਾਡੀ ਹਿੰਦੀ ਨੂੰ ਦਿੰਦੇ ਆ?
देखो जी, सच्ची गल क्या है जी कि रशियन लोग अपनी रशियन लैंग्वेज ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੇ। ਗੁੱਡ, ਅੱਛਾ, ਉਹਨਾਂ ਦੇ ਵਿੱਚ ਦੇਸ਼ ਭਗਤੀ ਜਿਹੜੀ ਹੈਗੀ ਉਹ ਕੁੱਟ-ਕੁੱਟ ਕੇ ਭਰੀ ਹੋਈ ਹੈ ਗੁੱਡ, ਔਰ ਉਹਨਾਂ ਨੂੰ ਆਪਣੀ ਭਾਸ਼ਾ ਸਭ ਨਾਲੋਂ ਜ਼ਿਆਦਾ ਪਿਆਰੀ ਲੱਗਦੀ ਹੈ। ਪਰ ਓਕੇ, ਇੰਟਰਨੈਸ਼ਨਲ ਲੈਵਲ ਦੇ ਉੱਤੇ ਐਗਜ਼ਿਸਟੈਂਸ ਦੇ ਵਾਸਤੇ ਇਹ ਬਹੁਤ ਜ਼ਰੂਰੀ ਹੈ ਕਿ ਭਾਸ਼ਾਵਾਂ ਦਾ ਤਾਲਮੇਲ ਹੋਵੇ। ਤਾਲਮੇਲ ਹੋਵੇ, ਨਾਲੇ ਅੰਗਰੇਜ਼ੀ ਇੱਕ ਕਾਮਨ ਲੈਂਗੁਏਜ ਬਣ ਗਈ ਨਾ। ਇਸ ਕਰਕੇ ਹਿੰਦੀ ਦੇ ਵੀ ਕਾਫੀ ਸ਼ਬਦ ਜਿਹੜੇ ਹੈਗੇ ਉਹਦੇ ਨਾਲ ਮਿਲਦੇ ਹਾਂਜੀ। ਔਰ ਵੈਸੇ ਵੀ ਹਿੰਦੁਸਤਾਨ ਦੇ ਨਾਲ ਰਸ਼ੀਆ ਦੇ ਬਹੁਤ ਦੋਸਤਾਨਾ ਸੰਬੰਧ ਨੇ। ਇਸ ਕਰਕੇ ਉਹ ਲੋਕ ਜਦੋਂ ਦੇਖਦੇ ਆ ਕਿ ਇਹ ਭਾਰਤ ਤੋਂ ਆਇਆ ਇਨਸਾਨ ਹੈ ਤਾਂ ਉਹਨੂੰ ਵੈਲਕਮ ਵੀ ਬਹੁਤ ਪਿਆਰ ਦੇ ਨਾਲ ਕਰਦੇ। ਓਕੇ, ਹਾਂਜੀ, ਤਾਂ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਡਾਕਟਰ ਰਮੇਸ਼ਵਰ ਸਿੰਘ ਜੀ ਔਰ ਆਪਣੇ ਜਿਹੜੇ ਸੁਸ਼ੀਲ ਆਜ਼ਾਦ ਜੀ ਹੈਗੇ ਆ, ਇਹਨਾਂ ਦੇ ਨਾਲ ਕੁਮਾਰ ਵਿਨਾਇਕ ਜੀ ਵੀ ਆਪਣੇ ਮਿੱਤਰ ਸੀ। ਓਕੇ, ਅਸੀਂ ਉਹਨਾਂ ਨੇ ਫਿਰ ਕੀ ਕੀਤਾ, ਜਿਹੜੇ ਉੱਥੇ ਦੀ ਯੂਨੀਵਰਸਿਟੀਆਂ ਹੈਗੀਆਂ, ਜੋ ਰਸ਼ੀਆ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਹੈਗੀ ਹੈ, ਤੇ ਉਸ ਦੇ ਵਿੱਚ ਵੀ ਉਹਨਾਂ ਨੇ ਸੈਮੀਨਾਰ ਅਰੇਂਜ ਕਰਵਾਏ। ਓਕੇ, ਓਕੇ, ਉੱਥੇ ਦੇ ਜੋ ਪ੍ਰੋਫੈਸਰਸ ਹੈਗੇ ਆ ਉਹਨਾਂ ਦੇ ਨਾਲ ਸਾਡੀ ਡਿਸਕਸ਼ਨ ਹੋਈ। ਜਿਹੜੇ ਆਪਣੇ ਭਾਰਤੀ ਰਾਜਦੂਤਾਵਾਸ ਦੇ ਐਜੂਕੇਸ਼ਨ ਮਿਨਿਸਟਰ ਨੇ ਸ਼੍ਰੀ ਅਲੋਕ ਰਾਜ ਜੀ, ਓਕੇ, ਉਹਨਾਂ ਦੇ ਨਾਲ ਮੇਰੀ ਪਰਸਨਲ ਸੀਟਿੰਗ ਹੋਈ। ਅਲੋਕ ਰਾਜ ਜੀ ਨੇ ਵੀ ਮੈਨੂੰ ਕਿਹਾ ਕਿ ਤੁਸੀਂ ਆਪਣੇ ਸਿਸਟਮ ਦੇ ਵਿੱਚ ਜਿਹੜਾ ਹੈਗਾ ਰਸ਼ੀਅਨ ਲੈਂਗੁਏਜ ਨੂੰ ਨਾਲ ਅਟੈਚ ਕਰੋ। ਓਕੇ, ਫਿਰ ਜਿਹੜੇ ਯੂਨੀਵਰਸਿਟੀਜ਼ ਦੇ ਵਿੱਚ ਗਏ, ਉੱਥੇ ਵੀ ਸੈਮੀਨਾਰਾਂ ਦੇ ਵਿੱਚ ਇਹੀ ਗੱਲ ਆਈ। ਉਹ ਸਾਰਿਆਂ ਨੇ ਮੇਰੇ ਤੇ ਜ਼ਿੰਮੇਵਾਰੀ ਪਾਈ ਕਿ ਨਹੀਂ ਜੀ, ਆਪਣੇ ਦੇਸ਼ਾਂ ਦੀ ਦੋਨਾਂ ਦੀ ਏਕਤਾ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਪ੍ਰਯਾਸ ਬੜਾ ਕਾਮਯਾਬ ਹੋਏਗਾ ਜੇ ਤੁਸੀਂ ਇਹਦੇ ਵਿੱਚ ਰਸ਼ੀਅਨ ਵੀ ਉਹ ਕਰੋ। ਓਕੇ, ਤਾਂ ਫਿਰ ਮੈਂ ਉਹਨਾਂ ਨੂੰ ਦੱਸਿਆ ਕਿ ਜੀ ਵੀ ਰਸ਼ੀਅਨ ਨੂੰ ਤਾਂ ਨਾਲ ਅਟੈਚ ਕਰਨਾ ਮੇਰੇ ਏਜੰਡੇ ਦੇ ਵਿੱਚ ਆਲਰੇਡੀ ਹੈ। ਵੈਰੀ ਗੁੱਡ। ਹਾਂ, ਇਹ ਹੈ ਕਿ ਤੁਸੀਂ ਜਿਵੇਂ ਹੱਲਾਸ਼ੇਰੀ ਦੇ ਰਹੇ ਹੋ, ਤਾਂ ਜਿਹੜਾ ਕੰਮ ਮੈਂ ਸਲੋਲੀ ਕਰਨਾ ਸੀਗਾ ਉਸ ਨੂੰ ਮੈਂ ਬੜੇ ਰੈਪਿਡ ਵੇ ਦੇ ਨਾਲ, ਬੜੀ ਤੇਜ਼ੀ ਨਾਲ ਹੋ ਜਾਏਗਾ। ਬਿਲਕੁਲ, ਤੇਜ਼ੀ ਨਾਲ ਕਰਾਂਗਾ। ਔਰ 1 ਸਾਲ ਦੇ ਵਿੱਚ ਹੀ ਇਹ ਕਿਤਾਬ ਜਿਹੜੀ ਹੈਗੀ ਹੈ ਉਹ ਤਿਆਰ ਹੋ ਗਈ, 4-in-1 ਮੈਜਿਕ। ਇਸ ਦੇ ਵਿੱਚ ਉੱਥੇ ਦੇ ਇੱਕ ਵਿਦਵਾਨ ਹੈ ਇਲੀਆ ਜੀ, ਓਕੇ, ਉਹਨਾਂ ਦਾ ਮੈਂ ਸਹਿਯੋਗ ਲਿੱਤਾ ਕਿਉਂਕਿ ਰਸ਼ੀਅਨ ਲੈਂਗੁਏਜ ਮੈਨੂੰ ਨਹੀਂ ਸੀ ਆਉਂਦੀ। ਹਾਂ, ਬਿਲਕੁਲ ਠੀਕ ਹੈ ਕਿ ਉਹ ਬਹੁਤ ਅੱਛੇ ਵਿਦਵਾਨ ਨੇ, ਉਹਨਾਂ ਦਾ ਮੈਂ ਸਹਿਯੋਗ ਲਿੱਤਾ। ਠੀਕ ਹੈ ਕਿ ਮੈਨੂੰ ਉਹਦੇ ਵਾਸਤੇ ਪੇਮੈਂਟ ਵੀ ਕਰਨੀ ਪਈ, ਉਹ ਕੋਈ ਮੈਟਰ ਨਹੀਂ ਕਰਦਾ, ਔਰ ਮੈਂ ਪੈਸੇ ਨੂੰ ਕਦੇ ਵੀ ਮਹੱਤਵ ਨਹੀਂ ਦਿੰਦਾ। ਨਾਲੇ ਤੁਹਾਡਾ ਇੱਕ ਮਿਸ਼ਨ ਸੀ ਇਹ ਵੀ ਮੈਂ ਕਰਨਾ। ਬਿਲਕੁਲ, ਮੈਂ ਉਹਨਾਂ ਦਾ ਜਿਹੜਾ ਹੈਗਾ ਉਹ ਸਦਾ ਹੀ ਧੰਨਵਾਦੀ ਰਹਾਂਗਾ। ਉਹਨਾਂ ਨੇ ਇਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ, ਜਿਸ ਕਰਕੇ ਇਹ ਕਿਤਾਬ ਜਿਹੜੀ ਹੈਗੀ ਹੈ ਉਹ ਨਹੀਂ, ਬਹੁਤ ਅੱਛੀ ਕਿਤਾਬ ਆ ਇਹ, ਮੈਂ ਪੜ੍ਹੀ ਆ। ਇਹਦੇ ਵਿੱਚ ਬਹੁਤ ਸਾਰੇ ਵਰਡ ਐਸੇ ਨੇ ਈਵਨ ਪੰਜਾਬੀ ਨਾਲ ਵੀ ਮਿਲਦੇ ਆ, ਹਾਂਜੀ, ਹਿੰਦੀ ਨਾਲ ਵੀ ਬਹੁਤ ਮਿਲਦੇ ਆ, ਇੰਗਲਿਸ਼ ਨੂੰ ਤਾਂ ਹੈਗੇ ਹੀ ਮਿਲਦੇ ਨੇ। ਇਹ ਤੁਸੀਂ ਕਾਫੀ ਸਟੱਡੀ ਕਰੀ ਹੋਈ ਇਹਨਾਂ ਦੇ ਉੱਤੇ। ਹਾਂ, ਉਹ ਇਸ ਤਰ੍ਹਾਂ ਹੈ ਕਿ ਬੇਸਿਕਲੀ ਜੇ ਦੇਖਿਆ ਜਾਵੇ ਤਾਂ ਸੰਸਕ੍ਰਿਤ ਜਿਹੜੀ ਹੈਗੀ ਹੈ ਦੁਨੀਆ ਭਰ ਦੀ ਸਾਰੀ ਭਾਸ਼ਾਵਾਂ ਦੀ ਮਾਂ ਹੈ। ਉਹ ਬਿਲਕੁਲ। ਔਰ ਸੰਸਕ੍ਰਿਤ ਭਾਸ਼ਾ ਜਿਹੜੀ ਹੈਗੀ ਹੈ, ਕਿਉਂਕਿ ਸਾਰੀ ਭਾਸ਼ਾਵਾਂ ਦੀ ਮਾਂ ਹੈਗੀ ਹੈ, ਇਸ ਕਰਕੇ ਹਿੰਦੀ ਵਾਲੇ ਵੀ, ਪੰਜਾਬੀ ਵਾਲੇ ਵੀ, ਅੰਗਰੇਜ਼ੀ ਵਾਲੇ ਵੀ, ਰਸ਼ੀਅਨ ਵੀ, ਜਾਂ ਹੋਰ ਜਿੰਨੀਆਂ ਵੀ ਭਾਸ਼ਾਵਾਂ ਨੇ, ਉਹਨਾਂ ਦੇ ਸ਼ਬਦਾਂ ਦਾ ਸੰਸਕ੍ਰਿਤ ਦੇ ਨਾਲ ਕਿਤੇ ਨਾ ਕਿਤੇ ਕੁਛ ਨਾ ਕੁਛ ਤਾਲਮੇਲ ਜਿਹੜਾ ਹੈਗਾ ਉਹ ਅੱਡ-ਅੱਡ ਤੌਰ ਦੇ ਉੱਤੇ ਪੂਰੀ ਤਰ੍ਹਾਂ ਸਥਾਪਿਤ ਹੁੰਦਾ ਹੈ। ਔਰ ਮੈਂ ਤਾਂ ਇੱਕ ਸੁਪਨਾ ਮੇਰਾ ਹੈਗਾ ਕਿ ਪੂਰੀ ਦੁਨੀਆ ਨੂੰ ਇਕਜੁੱਟ ਕਰਨ ਵਾਸਤੇ ਦੇਸ਼ਾਂ ਨਾਲ ਜੁੜਨਾ ਜ਼ਰੂਰੀ ਹੈ। ਬਿਲਕੁਲ, ਦੇਸ਼ਾਂ ਨਾਲ ਜੁੜਨ ਵਾਸਤੇ ਦਿਲਾਂ ਨਾਲ ਜੁੜਨਾ ਜ਼ਰੂਰੀ ਹੈ। ਬੇਸਿਕਲੀ ਦਿਲ ਜੁੜੇਗਾ, ਬਿਲਕੁਲ ਸਾਡੇ ਮਨਾਂ ਦੇ ਵਿੱਚੋਂ ਵੈਰ ਵਿਰੋਧ ਹੀ ਖਤਮ ਹੋ ਜਾਣਗੇ। ਨਹੀਂ, ਭਾਰਤੀ ਜੀ ਗੱਲ ਇਹ ਆ, ਤੁਹਾਡੀ ਬਹੁਤ ਵੱਡੀ ਗੱਲ ਹੈ ਵੀ ਦਿਲਾਂ ਨਾਲ ਦਿਲ ਜੋੜਨਾ। ਪਰ ਦਿਲ ਤਾਂ ਜੋੜ ਸਕਦੇ ਆ ਜਦੋਂ ਮੈਂ ਤੁਹਾਡੀ ਗੱਲ ਸਮਝਦਾ ਹੋਵਾਂ। ਯੈਸ ਮੈਂ ਹੁਣ ਕੋਈ ਹੋਰ ਵਰਡ ਬੋਲ ਰਿਹਾ ਤੇ ਤੁਸੀਂ ਕੁਝ ਹੋਰ ਬੋਲ ਰਹੇ, ਜਦ ਤਾਂ ਅਸੀਂ ਸਮਝਾਂਗੇ ਕਿਤਾਬਾਂ ਰਾਹੀਂ। ਇਸ ਲਈ ਇਹ ਲੈਂਗੁਏਜ ਰਾਹੀਂ ਇਹ ਲਈ ਇਹ ਜ਼ਰੂਰੀ ਹੈ। ਇਸੇ ਕਰਕੇ ਜਿਹੜੀ ਲੈਂਗੁਏਜਸ ਹੈਗੀਆਂ ਉਹ ਇੱਕ ਧਾਗੇ ਦਾ ਕੰਮ ਕਰਨ। ਬਿਲਕੁਲ, ਔਰ ਇਹ ਜਿਹੜਾ ਸਿਸਟਮ ਹੈ ਇਹ ਇੱਕ ਧਾਗੇ ਦਾ ਕੰਮ ਕਰੇ, ਔਰ ਲੈਂਗੁਏਜਸ ਜਿਹੜੀਆਂ ਹੈਗੀਆਂ ਉਹ ਮੋਤੀਆਂ ਦਾ ਕੰਮ ਕਰੇ, ਤਾਂ ਇਹ ਮਾਲਾ ਬਣੂਗੀ। ਇਹ ਮਾਲਾ ਇੱਕ ਜਿਹੜੀ ਹੈਗੀ ਉਹ ਬਣ ਜਾਏਗੀ, ਜਿਹੜੀ ਪੂਰੀ ਦੁਨੀਆ ਨੂੰ ਇਕਜੁੱਟ ਕਰ ਦੇਗੀ। ਦੇਖੋ ਐਦਾਂ ਹੈ ਕਿ ਹਰ ਇੱਕ ਦੇਸ਼ ਦੇ ਕਲਚਰ ਦੇ ਵਿੱਚ ਬਹੁਤ ਕੁਝ ਅਛਾਈਆਂ ਹੈਗੀਆਂ। ਬਿਲਕੁਲ। ਔਰ ਹੁੰਦਾ ਕਿਆ ਹੈ ਕਿ ਜਿਵੇਂ ਆਪਣੇ ਉਹ ਕਹਿੰਦੇ ਨੇ, ਕੁਝ ਬਜ਼ੁਰਗ ਕਹਿੰਦੇ ਨੇ ਕਿ ਜੇ ਬੁਰਾਈ ਦੇਖਣੀ ਹੈ ਤਾਂ ਆਪਣੇ ਆਪ 'ਚ ਦੇਖੋ, ਅਛਾਈ ਦੇਖਣੀ ਹੈ ਤਾਂ ਸਾਹਮਣੇ ਵਾਲੇ 'ਚ ਦੇਖੋ। ਜੇ ਅਲੱਗ-ਅਲੱਗ ਦੇਸ਼ਾਂ ਦੇ ਲੋਕ ਦੂਸਰੇ ਕਲਚਰ ਦੇ ਵਿੱਚੋਂ ਅਛਾਈਆਂ ਦੇਖਣੀਆਂ ਸ਼ੁਰੂ ਕਰ ਦੇਣ, ਬਿਲਕੁਲ ਉਹਨਾਂ ਨੂੰ ਸਮਝਣ ਲੱਗ ਜਾਣ, ਉਹਨਾਂ ਦਾ ਸਤਿਕਾਰ ਕਰਨਾ ਸ਼ੁਰੂ ਕਰ ਦੇਣ, ਤਾਂ ਪੂਰੀ ਦੁਨੀਆ ਇਕਜੁੱਟ ਹੋ ਜਾਏਗੀ। ਦੁਨੀਆ 'ਚ ਕਿਤੇ ਵੀ ਲੜਾਈ ਹੋਏਗੀ ਨਹੀਂ। ਅੱਛਾ, ਤੁਸੀਂ ਇੱਕ ਤੋਂ ਦੂਜੀ ਤੀਜੀ ਕਰਦੇ 4 ਲੈਂਗੁਏਜ ਨੂੰ ਇਕੱਠਾ ਪਰੋ ਲਿਆ। ਹਾਂਜੀ।
ਹੁਣ ਤੁਹਾਡਾ ਅੱਗੇ ਕਿਹੜੀਆਂ ਭਾਸ਼ਾ ਨੂੰ ਇਹਦੇ ਵਿੱਚ ਪਰੋਣ ਦਾ ਇਰਾਦਾ ਹੈ? ਹਾਂਜੀ, ਇਹ ਵੀ ਮੈਂ ਤੁਹਾਨੂੰ ਇਸ ਤੋਂ ਪਹਿਲਾਂ ਕਿ ਇਹ ਤੁਹਾਡੇ ਇਸ ਪ੍ਰਸ਼ਨ ਦਾ ਉੱਤਰ ਦੇਵਾਂ, ਮੈਂ ਇੱਕ ਹੋਰ ਦੱਸਣਾ ਚਾਹੁੰਦਾ ਕਿ ਜਦੋਂ ਇਹ ਕਿਤਾਬ ਤਿਆਰ ਹੋ ਗਈ ਨਾ ਆਪਣੀ 4 in 1 ਮੈਜਿਕ ਜੀ, ਤਾਂ ਉਸ ਤੋਂ ਬਾਅਦ ਫਿਰ ਮੈਂ ਆਪਣੇ ਪਰਿਵਾਰ ਸਮੇਤ, ਆਪਣੇ ਮਿਸਿਸ ਔਰ ਆਪਣੇ ਬੇਟੇ ਸਮੇਤ ਓਕੇ, ਮੈਂ ਇਸ ਵਾਰ ਜਿਹੜਾ ਹੈਗਾ ਉੱਥੇ ਰਸ਼ੀਆ ਗਿਆ ਜੀ, ਔਰ ਮੇਰੇ ਜੋ ਮਿਸਿਸ ਹੈਗੇ, ਮੇਰੀ ਵਾਈਫ, ਉਹ ਮੈਨੂੰ ਬਹੁਤ ਜ਼ਿਆਦਾ ਸਪੋਰਟ ਦਿੰਦੇ ਆ। ਓਕੇ, ਜਿਵੇਂ ਕਹਿੰਦੇ ਆ ਨਾ ਵੀ ਹਰ ਇਨਸਾਨ ਦੀ ਕਾਮਯਾਬੀ ਪਿੱਛੇ ਕਿਸੇ ਨਾ ਕਿਸੇ ਨਾਰੀ ਸ਼ਕਤੀ ਦਾ ਹੱਥ ਬਿਲਕੁਲ ਹੁੰਦਾ। ਬਿਲਕੁਲ। ਤਾਂ ਮੈਂ ਜੋ ਕੁਝ ਵੀ ਇਹ ਸਮਾਜ, ਦੇਸ਼ ਜਾਂ ਦੁਨੀਆ ਦੀ ਸੇਵਾ ਕਰ ਪਾਉਣਾ, ਤਾਂ ਉਸ ਦੇ ਵਿੱਚ ਜਿਹੜਾ ਅਸਲੀ ਸਪੋਰਟ ਹੈਗੀ ਆ ਮੇਰੇ ਮਿਸਿਸ ਦੀ ਹੈ। ਵੈਰੀ ਗੁੱਡ, ਬਹੁਤ ਅੱਛੇ। ਤੇ ਇਸੇ ਤਰੀਕੇ ਨਾਲ ਮੇਰਾ ਬੇਟਾ ਜਿਹੜਾ ਹੈਗਾ ਉਹ ਬਹੁਤ ਇੰਟੈਲੀਜੈਂਟ ਹੈ, ਖਾਸ ਤੌਰ ਤੇ ਮਾਡਰਨ ਉਸ ਦੇ ਵਿੱਚ, ਚਾਹੇ ਉਹ ਇੰਟਰਨੈਟ ਦੀ ਸੇਵਾਵਾਂ ਹੋਣ, ਚਾਹੇ ਕਿਸੇ ਤਰ੍ਹਾਂ ਦੇ ਹੋਰ, ਉਹ ਸਾਰਾ ਦਾ ਟੈਕਨੀਕਲੀ ਜਿਹੜਾ ਹੈਗਾ ਉਹ ਮੈਨੂੰ ਪੂਰੀ ਸਪੋਰਟ ਮੇਰੇ ਬੇਟੇ ਦੀ ਰਹਿੰਦੀ ਹੈ। ਜਸ਼ਨ ਭਾਰਤੀ ਇੰਜੀਨੀਅਰ ਹੈ ਉਹ, ਤੇ ਔਰ ਮੇਰੀ ਇਸ ਵਾਰ ਦੀ ਤੇ ਪਰਮਾਤਮਾ ਨੇ ਤਮੰਨਾ ਪੂਰੀ ਕੀਤੀ ਕਿ ਜਦੋਂ ਇਹ ਬੁੱਕ ਰਿਲੀਜ਼ ਹੋਣੀ ਸੀ ਤਾਂ ਮੈਂ ਮਾਸਕੋ ਦੇ ਵਿੱਚ ਇਹਨਾਂ ਦੋਨਾਂ ਦੇ ਨਾਲ ਗਿਆ। ਓਕੇ, ਤੇ ਆਪਣੇ ਭਾਰਤ ਦੇ ਜਿਹੜੇ ਰਾਜਦੂਤ ਹੈ ਜੀ, ਸ਼੍ਰੀ ਡੀ.ਵੀ. ਵੈਂਕਟੇਸ਼ ਵਰਮਾ ਜੀ, ਉਹਨਾਂ ਨੇ ਇੱਕ ਫੰਕਸ਼ਨ ਦੇ ਵਿੱਚ ਜਿਹੜਾ ਕਿ ਡਾਕਟਰ ਰਮੇਸ਼ਵਰ ਜੀ ਨੇ ਆਰਗੇਨਾਈਜ਼ ਕੀਤਾ ਸੀ, ਉੱਥੇ ਰੂਸੀ ਭਾਰਤੀ ਮੈਤਰੀ ਸੰਘ ਬਣਿਆ ਹੋਇਆ ਜੀ, ਦਿਸ਼ਾ ਨਾਮ ਦਾ ਮੈਗਜ਼ੀਨ ਵੀ ਉਹ ਛਾਪਦੇ ਨੇ। ਓਕੇ, ਤੇ ਉਹ ਜਿਹੜਾ ਰੂਸੀ ਭਾਰਤੀ ਮੈਤਰੀ ਸੰਘ ਹੈ, ਉਸ ਨੇ ਉੱਥੇ 5 ਸਟਾਰ ਹੋਟਲ ਦੇ ਵਿੱਚ, ਅਜੀਮੁਤ ਹੋਟਲ ਦੇ ਵਿੱਚ ਜਿਹੜਾ ਹੈਗਾ ਜੈ ਹਿੰਦ ਰੈਸਟੋਰੈਂਟ, ਬਹੁਤ ਸ਼ਾਨਦਾਰ ਫੰਕਸ਼ਨ ਕਰਕੇ ਇਹ ਬੁੱਕ ਨੂੰ ਰਿਲੀਜ਼ ਕੀਤਾ। ਔਰ ਮੇਰੀ ਖੁਸ਼ਕਿਸਮਤੀ ਹੈ, ਮੈਂ ਇੱਕ ਛੋਟਾ ਜਿਹਾ ਟੀਚਰ ਹੈਗਾ, ਪਰ ਮੇਰੀ ਖੁਸ਼ਕਿਸਮਤੀ ਹੈ ਕਿ ਪ੍ਰਮਾਤਮਾ ਨੇ ਮੇਰੀ ਸਹੀ ਸੋਚ ਨੂੰ ਆਸ਼ੀਰਵਾਦ ਪ੍ਰਦਾਨ ਕੀਤਾ ਕਿ ਐਡੇ ਵੱਡੇ ਗ੍ਰੈਂਡ ਫੰਕਸ਼ਨ ਦੇ ਵਿੱਚ ਮੇਰੀ ਬੁੱਕ ਰਿਲੀਜ਼ ਹੋਈ ਔਰ ਉੱਥੇ ਮੈਨੂੰ ਇੰਟਰਨੈਸ਼ਨਲ ਅਵਾਰਡ ਵੀ ਜਿਹੜਾ ਹੈਗਾ ਉਸ ਸੰਸਥਾ ਦੁਆਰਾ ਦਿੱਤਾ ਗਿਆ। ਤਾਂ ਮੈਂ ਪ੍ਰਮਾਤਮਾ ਦਾ ਬਹੁਤ ਬਹੁਤ ਧੰਨਵਾਦ। ਇਹ ਸਾਰਾ ਤੁਹਾਡੀ ਮਿਹਨਤ ਦਾ ਫਲ ਮਿਲਿਆ ਨਾ ਤੁਹਾਨੂੰ? ਹਾਂਜੀ ਹਾਂਜੀ, ਮਿਹਨਤ ਕੀਤੀ ਆ ਤਾਂ ਫਲ ਮਿਲਿਆ। ਬਿਲਕੁਲ। ਤੇ ਹੁਣ ਹੋਰ ਮਿਹਨਤ ਕਰੋਗੇ, ਹੋਰ ਲੈਂਗੁਏਜ ਨੂੰ ਜੋੜੋਗੇ, ਹੋਰ ਦੇਸ਼ਾਂ ਦੇ ਵਿੱਚ ਜਾਓਗੇ, ਉਹ ਪ੍ਰੋਜੈਕਟ ਬਾਰੇ ਕੀ ਤੁਹਾਡਾ ਮਤਲਬ ਕੀ ਵਿਚਾਰ ਹੈ? ਬਿਲਕੁਲ, ਮੈਂ ਸਭ ਤੋਂ ਪਹਿਲਾਂ ਜਿਹੜਾ ਹੁਣ ਅਗਲਾ ਮੇਰਾ ਸਟੈਪ ਹੈ ਜੀ, ਉਹ ਕੀ ਹੈ ਕਿ ਜਿਹੜੀ ਇਹ ਬੁੱਕ ਮੇਰੀ ਹੈਗੀ ਹੈ 4 in 1 ਮੈਜਿਕ, ਓਕੇ, ਇਸ ਨੂੰ ਮੈਂ ਥੋੜਾ ਜਿਹਾ 2 ਕਦਮ ਪਿੱਛੇ ਹਟ ਕੇ, ਓਕੇ, ਇਸ ਨੂੰ 3 in 1 ਦੇ ਵਿੱਚ ਫੇਰ ਕਨਵਰਟ ਕਰ ਰਿਹਾ। ਉਹਦੇ ਵਿੱਚ ਕੀ ਹੈ ਕਿ ਉੱਥੇ ਦੇ ਬਹੁਤ ਸਾਰੇ ਲੋਕਾਂ ਨੇ ਮੈਨੂੰ ਇਹ ਕਿਹਾ ਕਿ 4 ਲੈਂਗੁਏਜਸ ਜਿਹੜੀਆਂ ਹੈਗੀਆਂ ਨਾ, ਉਹਨਾਂ ਨੂੰ ਇਕੱਠੇ ਸਮਝਣਾ ਬਿਨਾਂ ਕਿਸੇ ਗਾਈਡ ਦੇ। ਹਾਂ, ਬਿਲਕੁਲ, ਕਿਉਂਕਿ ਵਿਦੇਸ਼ਾਂ ਦੇ ਵਿੱਚ ਗਾਈਡ ਨਹੀਂ ਮਿਲਦੇ। ਓਕੇ, ਇਹ ਸਭ ਤੋਂ ਵੱਡੀ ਸਮੱਸਿਆ ਹੈ। ਉਹ ਕਹਿੰਦੇ ਵੀ ਇਸ ਦੇ ਵਿੱਚੋਂ ਤੁਸੀਂ ਜਿਵੇਂ ਹੁਣ ਮੰਨ ਲਓ ਕਿ 4 ਲੈਂਗੁਏਜ ਤੇ ਨਾ, ਹਿੰਦੀ, ਪੰਜਾਬੀ, ਅੰਗਰੇਜ਼ੀ ਤੇ ਰਸ਼ੀਅਨ, ਫਿਰ ਇਹਦੇ ਚੋਂ ਉਹ ਕਹਿੰਦੇ ਇਹਦੇ ਵਿੱਚੋਂ ਇੱਕ ਲੈਂਗੁਏਜ ਚੱਕ ਕੇ ਉਹਨੂੰ 3 in 1 ਤੇ ਲਿਆਓ, ਫਿਰ ਉਹ ਵਾਲੀ ਲੈਂਗੁਏਜ ਨੂੰ ਪਾ ਕੇ ਕਿਸੇ ਹੋਰ ਲੈਂਗੁਏਜ ਨੂੰ ਕੱਢ ਦਿਓ, ਉਸ ਨੂੰ 3 in 1 ਤੇ ਲਿਆਓ, ਉਹ ਸਮਝਣਾ ਆਸਾਨ ਹੋ ਜਾਏਗਾ। ਤੇ ਉਸ ਦ੍ਰਿਸ਼ਟੀ ਦੇ ਨਾਲ ਫਿਰ ਜਿਹੜਾ ਹੈਗਾ ਉਹ ਮੈਂ ਜਿਹੜਾ ਹੁਣ ਸਟੈਪ ਹੈ, ਮੈਂ ਬੁੱਕ ਤਿਆਰ ਕਰ ਲਈ ਹੈ, ਉਸ ਦੇ ਵਿੱਚ ਹਿੰਦੀ, ਇੰਗਲਿਸ਼ ਔਰ ਰਸ਼ੀਅਨ, ਓਕੇ, ਉਹ ਕਿਤਾਬ, ਇਹ ਮੇਰਾ ਸਭ ਤੋਂ ਪਹਿਲਾ ਸਟੈਪ ਹੈ। ਇਸ ਤੋਂ ਬਾਅਦ ਮੈਂ ਫ੍ਰੈਂਚ ਲੈਂਗੁਏਜ ਨੂੰ ਇੰਕਲੂਡ ਕਰਦਾ। ਓਕੇ, ਆਪਣੇ ਪੰਜਾਬ ਦੇ ਜਿਹੜੇ ਹੈਗੇ ਆ ਬਹੁਤ ਸਾਰੇ ਬੱਚੇ ਰੋਜੀ ਰੋਟੀ ਵਾਸਤੇ ਕੈਨੇਡਾ ਵਿੱਚ, ਫਰਾਂਸ ਦੇ ਵਿੱਚ, ਹੋਰ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਜਾਂਦੇ ਨੇ, ਤੇ ਜਿੰਨੇ ਵੀ ਆਈਲੈਟ ਸੈਂਟਰਸ ਹੈਗੇ ਆ ਉਹਨਾਂ ਦੇ ਵਿੱਚ ਵੀ ਫ੍ਰੈਂਚ ਪੜ੍ਹਾਈ ਜਾਂਦੀ ਹੈ। ਤਾਂ ਮੈਂ ਇਸ ਤੋਂ ਨੈਕਸਟ ਸਟੈਪ ਕੀ ਹੈ ਕਿ ਇਸ ਕਿਤਾਬ ਦੇ ਵਿੱਚੋਂ ਦੀ ਰਸ਼ੀਅਨ ਲੈਂਗੁਏਜ ਨੂੰ ਐਕਸਕਲੂਡ ਕਰਤਾ, ਉਸ ਦੀ ਜਗ੍ਹਾ ਦੇ ਉੱਤੇ ਫ੍ਰੈਂਚ ਨੂੰ ਕਰਤਾ। ਸਿਸਟਮ ਐਜ਼ ਇਟ ਇਜ਼ ਸਾਰਾ ਵਰਕ ਕਰੇਗਾ। ਔਰ ਇਹ ਚੀਜ਼ ਜਿਹੜੀ ਹੈਗੀ ਹੈ ਇਹ ਪੂਰੇ ਦੁਨੀਆ ਭਰ ਦੇ ਲੋਕਾਂ ਵਾਸਤੇ ਬਹੁਤ ਸ਼ਾਨਦਾਰ ਚੀਜ਼ ਫੇਰ ਦੁਬਾਰਾ ਬਣਨ ਜਾ ਰਹੀ ਹੈ। ਇੱਕ ਪਰਸਨਲ ਗੱਲ ਪੁੱਛਣੀ ਚਾਹਨਾ ਭਾਰਤੀ ਜੀ, ਹਾਂਜੀ, ਵੀ ਜਦੋਂ ਮੈਂ ਕਿਤਾਬਾਂ ਪੜ੍ਹ ਰਿਹਾ ਸੀ ਇਹ ਤੁਹਾਡੀਆਂ, ਜੀ, ਇੱਕ ਗੱਲ ਮੇਰੇ ਦਿਮਾਗ 'ਚ ਥੋੜ੍ਹੀ ਜਿਹੀ ਖਟਕੀ ਵੀ, ਜਾਂ ਮੈਨੂੰ ਮਤਲਬ ਸਮਝ ਨਹੀਂ ਲੱਗੀ ਵੀ ਆਪਾਂ ਨੇ ਹਿੰਦੀ, ਪੰਜਾਬੀ, ਇੰਗਲਿਸ਼ ਨੂੰ ਜੁਆਇੰਟਲੀ ਇਕੱਠਾ ਕਰਕੇ ਪੜ੍ਹ ਲਿਆ, ਜੀ, ਸਿੱਖ ਲਈ, ਹਾਂਜੀ, ਉਦੋਂ ਬਾਅਦ ਰਸ਼ੀਆ ਵੀ ਸਿੱਖ ਲਈ, ਜੀ, ਬਟ ਸੰਸਕ੍ਰਿਤ ਨਹੀਂ ਅਸੀਂ ਕਿਤੇ ਸਿੱਖੀ, ਸੰਸਕ੍ਰਿਤ ਦਾ ਕਿਤੇ ਜੋੜ ਮੇਲ ਨਹੀਂ ਆਇਆ, ਜਦ ਕਿ ਸੰਸਕ੍ਰਿਤ ਸਾਰੀਆਂ ਭਾਸ਼ਾਵਾਂ ਦੀ ਆਪਾਂ ਕਹਿੰਦੇ ਮਾਂ ਹੈ। ਜੀ, ਜੀ, ਜਦ ਕਿ ਪੰਜਾਬੀ ਵਾਲੇ ਸੰਸਕ੍ਰਿਤ ਆਉਂਦੀ ਨਹੀਂ, ਉਹ ਸਿੱਖਣੀ ਚਾਹੀਦੀ ਆ। ਇਹਦੇ ਬਾਰੇ ਕੀ ਮਤਲਬ ਤੁਹਾਡਾ ਵਿਚਾਰ ਹੈ? ਇਸ ਤਰ੍ਹਾਂ ਹੈ ਜੀ ਭੱਟੀ ਜੀ, ਮੈਂ ਨਾ ਹੁਣ ਤੁਹਾਨੂੰ ਤੁਹਾਡੇ ਵਾਲੇ ਟੇਸਟ ਦੇ ਮੁਤਾਬਿਕ ਇਸ ਦਾ ਜਵਾਬ ਦੇਵਾਂਗਾ। ਜਿਵੇਂ ਫਿਲਮੀ ਲਾਈਨ ਦੇ ਵਿੱਚ ਤੁਹਾਡਾ ਬਹੁਤ ਇੰਟਰਸਟ ਹੈ, ਰਾਈਟਰ ਵੀ ਹੋ ਤੁਸੀਂ,
ਤਾਂ ਉਸ ਦ੍ਰਿਸ਼ਟੀ ਦੇ ਨਾਲ ਜਿਹੜਾ ਹੈਗਾ, ਉਹ ਜਿਹੜਾ ਹੀਰੋ ਹੈ ਨਾ, ਉਸ ਦੀ ਐਂਟਰੀ ਬਹੁਤ ਡੈਸ਼ਿੰਗ ਸਟਾਈਲ ਦੇ ਨਾਲ ਹੁੰਦੀ ਹੈ। ਓਕੇ। ਤੇ ਜਦ ਆਪਾਂ ਇਹ ਕਹਿੰਦੇ ਆ ਕਿ ਸਾਰੀ ਭਾਸ਼ਾਵਾਂ ਦੀ ਮਾਂ ਸੰਸਕ੍ਰਿਤ ਹੈਗੀ ਹੈ, ਤਾਂ ਉਸ ਦੀ ਐਂਟਰੀ ਜਿਹੜੀ ਹੈਗੀ ਉਹ ਬਹੁਤ ਧਮਾਕੇਦਾਰ ਹੋਣੀ। ਅੱਛਾ, ਪਾਉਣੀ ਐਂਟਰੀ ਉਹਦੀ ਐਂਟਰੀ ਜਿਹੜੀ ਹੈਗੀ ਹੈ। ਪਹਿਲਾਂ ਇਹ ਛੋਟੇ ਛੋਟੇ ਜਿਹੜੇ ਐਪੀਸੋਡ ਹੈਗੇ ਇਹ ਚੱਲ ਕੇ, ਉਸ ਤੋਂ ਬਾਅਦ ਫਿਰ ਜਿਹੜਾ ਉਹ ਅਸਲੀ ਜੋ ਸਭ ਤੋਂ ਸ਼ਾਨਦਾਰ ਜੋ ਹੀਰੋ ਹੈ, ਜੋ ਸਾਡੀ ਸੰਸਕ੍ਰਿਤ ਭਾਸ਼ਾ ਹੈ, ਉਸ ਦੀ ਬੜੇ ਡੈਸ਼ਿੰਗ ਸਟਾਈਲ ਦੇ ਵਿੱਚ, ਬੜੇ ਸ਼ਾਨਦਾਰ ਸਟਾਈਲ ਦੇ ਵਿੱਚ ਉਹਦੀ ਐਂਟਰੀ ਹੋਏਗੀ। ਵੈਰੀ ਗੁੱਡ। ਬੜੀ ਕਮਾਲ ਦੀ ਗੱਲ ਆ ਕਿ ਵੀ ਤੁਸੀਂ 3-in-1 ਮੈਜਿਕ ਸ਼ੁਰੂ ਪਹਿਲਾਂ ਕੀਤੀ, ਉਹ 'ਚ 3 ਭਾਸ਼ਾ ਨੂੰ ਅਸੀਂ ਐਟ ਏ ਟਾਈਮ, ਕੋਈ ਬੱਚਾ ਵਿੱਚ ਸਿਆਣਾ ਉਹ ਸਿੱਖ ਸਕਦਾ। ਕਈਆਂ ਨੂੰ, ਜਿਹਨਾਂ ਨੂੰ ਹਿੰਦੀ ਨਹੀਂ ਆਉਂਦੀ ਜਾਂ ਕਈਆਂ ਨੂੰ ਪੰਜਾਬੀ ਨਹੀਂ ਆਉਂਦੀ, ਦੂਜੇ ਸਟੇਟ ਦੇ ਲੋਕ ਨੇ, ਜਾਂ ਕਈਆਂ ਨੂੰ ਅੰਗਰੇਜ਼ੀ ਨਹੀਂ ਆਉਂਦੀ, ਉਹ ਸਿੱਖ ਸਕਦੇ ਨੇ। ਇਸ ਕਿਤਾਬ ਦਾ ਬਹੁਤ ਫਾਇਦਾ ਉਠਾ ਸਕਦੇ ਨੇ। ਜਿਹਨਾਂ ਨੇ ਕੋਈ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਾਣਾ, ਉਹ ਰਸ਼ੀਅਨ ਭਾਸ਼ਾ ਵੀ ਸਿੱਖ ਸਕਦੇ ਨੇ, ਜਿਵੇਂ ਤੁਸੀਂ ਦੱਸਿਆ ਅੱਗੇ ਫਰੈਂਚ ਵੀ ਸਿੱਖ ਸਕਦੇ ਨੇ। ਇਹ ਜਿਹੜੀਆਂ ਕਿਤਾਬਾਂ ਨੇ ਬਹੁਤ ਬਹੁਮੁੱਲੀ ਕਿਤਾਬਾਂ ਨੇ। ਔਰ ਹੋਰ ਛੱਡੋ, ਇਸ ਦੇ ਵਿੱਚ ਮੈਥੇਮੈਟਿਕਸ ਨੂੰ ਬਾਖੂਬੀ ਤਰੀਕੇ ਨਾਲ ਤੁਸੀਂ ਨੇ ਉਸ ਲੈਵਲ ਤੱਕ ਦੱਸਿਆ, ਉਸ ਲੈਵਲ ਤੱਕ ਪਹੁੰਚਾਇਆ ਜਿੱਥੇ ਬਹੁਤ ਸਾਰੇ ਲੋਕ ਸੋਚ ਵੀ ਨਹੀਂ ਸਕਦੇ। ਸੋ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ, ਤੁਸੀਂ ਇੱਥੇ ਆਏ, ਸਾਨੂੰ ਇੰਨੀ ਵੱਡੀ ਜਾਣਕਾਰੀ ਦਿੱਤੀ। ਭਾਰਤੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਵੀ ਜੋ ਵਿਰਸਾ ਟੀਵੀ ਚੈਨਲ ਹੈ, ਇਸ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਮੈਂ ਸਾਰੇ ਦਰਸ਼ਕਾਂ ਨੂੰ ਇਹ ਕਹਾਂਗਾ ਕਿ ਇਸ ਚੈਨਲ ਦੇ ਨਾਲ ਆਪਣਾ ਪ੍ਰੇਮ ਪਿਆਰ ਜਿਹੜਾ ਹੈਗਾ ਸਦਾ ਬਣਾ ਕੇ ਰੱਖਿਓ, ਔਰ ਅਸੀਂ ਆਪਣੇ ਵਿਰਸੇ ਨੂੰ ਪੂਰੇ ਦੁਨੀਆ ਦੇ ਹਰ ਹਿੱਸੇ ਤੱਕ ਪਹੁੰਚਾਈਏ। ਇਸ ਵਾਸਤੇ ਜੋ ਵੀ ਅਸੀਂ ਸਪੋਰਟ ਕਰ ਸਕਦੇ ਹਾਂ, ਅਸੀਂ ਇਸ ਚੈਨਲ ਨੂੰ ਸਪੋਰਟ ਕਰੀਏ। ਔਰ ਮੈਨੂੰ ਇੱਥੇ ਆਉਣਾ ਬਹੁਤ ਅੱਛਾ ਲੱਗਿਆ, ਔਰ ਤੁਸੀਂ ਮੇਰੀ ਜਿਹੜੀ ਮਿਹਨਤ ਹੈਗੀ ਹੈ, ਇਸ ਨੂੰ ਇੰਨੇ ਧਿਆਨ ਦੇ ਨਾਲ ਸਾਰਾ ਇਸ ਦੇ ਉੱਤੇ ਤੁਸੀਂ ਆਪਣੇ ਵੱਲੋਂ ਵੀ ਚਾਨਣਾ ਪਾਇਆ, ਔਰ ਮੈਨੂੰ ਵੀ ਇਸ ਬਾਰੇ ਆਪਣੇ ਵਿਚਾਰ ਰੱਖਣ ਦਾ ਮੌਕਾ ਦਿੱਤਾ। ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ। ਇਸ ਚੈਨਲ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਧੰਨਵਾਦ। ਸੋ ਦਰਸ਼ਕੋ, ਅੱਜ ਤੁਸੀਂ ਲੈਂਗੁਏਜ ਬਾਰੇ ਸਿੱਖਿਆ। ਅਗਲੇ ਐਪੀਸੋਡ ਦੇ ਵਿੱਚ ਤੁਹਾਨੂੰ ਹੋਰ ਕਿਸੇ ਮਾਹਰ ਵਿਅਕਤੀ ਨਾਲ ਕੋਈ ਹੋਰ ਵਿਸ਼ੇ ਦੇ ਉੱਤੇ ਫਿਰ ਡਿਸਕਸ ਕਰਾਂਗੇ, ਆਪਾਂ ਫਿਰ ਚਾਨਣਾ ਪਾਵਾਂਗੇ। ਸੋ ਹੁਣ ਮੈਨੂੰ ਇਜਾਜ਼ਤ ਦਿਓ। ਧੰਨਵਾਦ। ਸਤਿ ਸ਼੍ਰੀ ਅਕਾਲ।